Today we will be discussing chapter 15 of modern history, इंडिपेंडेंस विद पार्टीशन। अज सानू आज़ादी मिलने वाली है, बहुत बहुत मुबारक तुहानू सारिਆਂ ਨੂੰ, ठीक है। बट नाल पार्टीशन का सानू भी जिहड़ा एक सदमा सी सानू जिहड़ा वो भी सहना पेगा, ठीक है। इत्थे साडी एक पंजाबी दी पोइट अमृता प्रीतम सानू याद आउंदी है। अमृता प्रीतम पार्टीशन वास्ते जिहड़ी कहंदी अज आखां वार शाह नूं किते कबरां विचों बोल, अज किताबे इश्क दा एक अगला वर्का फोड़, एक रोई सी ती पंजाब दी तू लिख लिख मारे वैन, अज लखां धीआं रोंदियां तैनूं वारिस शाह नूं कहण, ठीक है। ये मतलब अमृता प्रीतम की एक पोइम है, बहुत ही प्यारी जी पोइम हैगी, प्यारे जी शब्द नेगे, बहुत ही दर्द भरे शब्द नेगे जिहड़े कि उस पार्टीशन वेले उस वंड दे समय वेले अमृता प्रीतम ने अपनी अपनी कलम दे विचों ये शब्द कढे, किहनूं संबोधित करके, वारिस शाह नूं, वारिस शाह नूं, वारिस शाह, सस्से विच वैर बिंदी है नहीं जी। ये वारिस शाह ये कौन सी, इन्हें हीर लिखी सी, वारिस शाह दी हीर असीं पढ़दे हुंदे हां, है ना। तो अमृता प्रीतम कहंदी है भी तू उस हीर वेले इन्ने तिन्ने लिख लिख मारे वैन सीगे, हुण अज तां लखां धीआं रोंदियां ने विचारियां, है अज तू कित्थे आ, अज कबरां विच बोल तूं। तां तुसीं ये अपने एग्जामिनेशन पॉइंट ऑफ व्यू तो भी लिख सकते हो, ठीक है, कि अमृता प्रीतम की पोइम हैगी अज आखां वारिस शाह नूं, ठीक है। उत्थे कई बार क्वेश्चन आया भी है इस चीज़ से कि ये पोइम किस दी लिखी हुई है, अज आखां वारिस शाह नूं, ये अमृता प्रीतम की पोइम हैगी, ठीक है जी। चलो अपने सिलेबस के उपर आने आपां। इंडिपेंडेंस विद पार्टीशन असी हुण तक की कुछ कोई कर चुके सीगे जी। देखो इलैक्शनस हो गए सीगे, ठीक है। उस तो बाद असी कैबिनेट मिशन प्लान आ गया सीगा, तो उसने दो चीज़ां दित्तियां सानूं, एक तो असैंबली, दूसरा इंटरिम गवर्नमेंट, ठीक है। इंटरिम गवर्नमेंट, ये दो चीज़ां मेन इस प्लान ने दित्तियां सानूं, ठीक है। इस प्लान के अकॉर्डिंग असी दो चीज़ां लै भी आए सीगे। असैंबली भी बन गई साडी, कदों बनी सी, सैप्टेंबर दे विच, सैप्टेंबर 1946 दे विच, ठीक है। इंटरिम गवर्नमेंट भी साडी बन गई सीगी, ठीक है। तो ऑलमोस्ट सॉरी इंटरिम गवर्नमेंट बन गई सैप्टेंबर दे विच, ते असैंबली साडी बन गई सीगी, इहदी जिहड़ी पहली सीटिंग सी वो हुई सी अपनी दिसंबर 9 1946 दे विच। ਇਹਦੀ ਪਹਿਲੀ ਸੀਟਿੰਗ ਸੀ ਸਾਡੀ ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਸੀਗੀ। ਤੇ ਇੰਟਰਿਮ ਗਵਰਨਮੈਂਟ ਸਾਡੀ ਕਦੋਂ ਬਣ ਗਈ ਸੀ, ਸਤੰਬਰ ਦੇ ਵਿੱਚ, ਠੀਕ ਹੈ। ਅਸੀਂ ਕੀਤਾ ਸੀ, ਹੈੱਡ ਕੌਣ ਸੀ ਇਹਦਾ, ਨਹਿਰੂ ਸਾਹਿਬ ਸੀਗੇ। ਹੁਣ ਗਵਰਨਮੈਂਟ ਵੀ ਬਣ ਗਈ ਇੰਟਰਿਮ ਤੇ ਅਸੈਂਬਲੀ ਵੀ ਬਣ ਗਈ। ਦੇਖੋ ਕੌਂਸਟੀਟਿਊਸ਼ਨ ਬਣਾਉਣ ਵਾਸਤੇ ਇਹਦਾ ਪਰਪਸ ਕੀ ਹੈ, ਦੇਖੋ ਅਸੈਂਬਲੀ ਦਾ ਵੀ ਕੌਂਸਟੀਟਿਊਸ਼ਨ ਬਣਾਉਣ ਵਾਸਤੇ। ਹੁਣ ਜਿਹੜਾ ਫਾਈਨਲ ਲੈਗ ਰਹਿ ਜਾਂਦੀ ਹੈ ਵੀ ਹੁਣ ਬਿਲਕੁਲ ਅਸੀਂ ਦਰਵਾਜ਼ੇ 'ਤੇ ਖੜ੍ਹੇ ਹਾਂ ਆਜ਼ਾਦੀ 'ਤੇ, ਅਤੇ ਹੁਣ ਫਾਈਨਲੀ ਕੀ ਰਹਿ ਜਾਂਦਾ, ਮੋਸਟ ਆਫ ਦਾ ਦੇਖੋ ਪਾਵਰ ਵੀ ਆਪਾਂ ਨੂੰ ਆਲਮੋਸਟ ਉਹਨਾਂ ਨੇ ਦੇ ਦਿੱਤੀ, ਠੀਕ ਹੈ ਨਾ, ਆਪਣੀ, ਕਿਉਂਕਿ ਅਸੀਂ ਸਰਕਾਰ ਬਣਾ ਰਹੇ ਹਾਂ ਆਪਣੀ, ਤਾਂ ਅਸੀਂ ਸਾਡੇ ਕੋਲ ਆਪਣੇ ਪੋਰਟਫੋਲੀਓਜ਼ ਨੇਗੇ। ਹਾਲਾਂਕਿ ਇਹ ਟੈਂਪਰੇਰੀ ਇੱਕ ਸੈਟਲਮੈਂਟ ਹੈਗੀ, ਠੀਕ ਹੈ, ਟੈਂਪਰੇਰੀ ਸਿਸਟਮ ਹੈ, ਬਟ ਆਲਮੋਸਟ ਆਪਣੇ ਕੋਲ ਪਾਵਰਸ ਆ ਗਈਆਂ, ਠੀਕ ਹੈ। ਹੁਣ ਜਿਹੜੇ ਆਹ 6-7 ਮਹੀਨੇ ਰਹਿ ਗਏ ਸਾਡੇ ਕੋਲੇ, ਤਾਂ ਉਹਦੇ ਵਿੱਚ ਕੀ ਹੋਣ ਵਾਲਾ ਸੀਗਾ, ਠੀਕ, ਕੀ ਹੋਣ ਜਾ ਰਿਹਾ ਹੈਗਾ, ਇਹ ਚੀਜ਼ਾਂ ਅਸੀਂ ਅੱਜ ਪੜ੍ਹਾਂਗੇ, ਠੀਕ ਹੈ। ਹੁਣ ਬਸ ਮੇਨ ਬੇਸਿਕਲੀ ਟਰਾਂਸਫਰ ਆਫ ਪਾਵਰ ਦੀ ਗੱਲ ਰਹਿ ਜਾਂਦੀ ਹੈ। ਟਰਾਂਸਫਰ ਆਫ ਪਾਵਰ ਕਿ ਜਿਹੜੀ ਫਾਰਮਲੀ ਜਿਹੜੀ ਟਰਾਂਸਫਰ ਆਫ ਪਾਵਰ ਹੈ ਕਿ ਹੁਣ ਇੰਡੀਆ ਇੱਕ ਇੰਡੀਪੈਂਡੈਂਟ ਕੰਟਰੀ ਕਿਵੇਂ ਡਿਕਲੇਅਰ ਕੀਤਾ ਜਾਵੇ ਐਕਚੁਅਲ ਦੇ ਵਿੱਚ, ਤਾਂ ਉਹ ਚੀਜ਼ ਅਸੀਂ ਡਿਸਕਸ ਕਰਨੀ ਹੈ ਵੀ ਫਾਰਮਲ ਰੂਪ ਦੇ ਵਿੱਚ ਪਾਵਰ ਕਿਵੇਂ ਟਰਾਂਸਫਰ ਕੀਤੀ ਜਾਵੇ, ਠੀਕ ਹੈ ਨਾ। ਕਿਸੇ ਇੱਕ ਬੰਦੇ ਨੂੰ ਦਿੱਤੀ ਜਾਵੇ, ਕਿਸੇ ਪਾਰਟੀ ਨੂੰ ਦਿੱਤੀ ਜਾਵੇ, ਕਿਸੇ ਆਰਗੇਨਾਈਜੇਸ਼ਨ ਨੂੰ ਦਿੱਤੀ ਜਾਵੇ ਪਾਵਰ, ਠੀਕ ਹੈ। ਜਿਹੜੇ ਕੰਮ ਹੁਣ ਤੱਕ ਗਵਰਨਰ ਜਨਰਲ ਕਰ ਰਿਹਾ ਸੀ ਜਾਂ ਬ੍ਰਿਟਿਸ਼ ਸਰਕਾਰ ਕਰ ਰਹੀ ਸੀ, ਉਹ ਕੰਮ ਹੁਣ ਕੌਣ ਕਰੂਗਾ। ਤਾਂ ਮਤਲਬ ਇਹੀ ਚੀਜ਼ਾਂ ਸੀ ਵੀ ਹੁਣ ਜਿਹੜੀ ਫਾਰਮਲ ਟਰਾਂਸਫਰ ਆਫ ਪਾਵਰ ਹੈ ਉਹ ਕਿਵੇਂ ਕਿਸ ਨੂੰ ਦਿੱਤੀ ਜਾਵੇ, ਠੀਕ ਹੈ। ਇਹੀ ਕੁਝ ਪੜ੍ਹਾਂਗੇ ਆਪਾਂ। ਤਾਂ ਇਸੇ ਚੀਜ਼ਾਂ ਦੇ ਅੱਗੇ ਵਧਦੇ ਹੋਏ ਕਿ ਹੁਣ ਟਰਾਂਸਫਰ ਆਫ ਪਾਵਰ ਕਿਵੇਂ ਕਰਨੀ ਹੈ, ਕਈ ਚੀਜ਼ਾਂ ਸਰਕਾਰ ਨੇ, ਬ੍ਰਿਟਿਸ਼ ਸਰਕਾਰ ਨੇ ਬਹੁਤ ਯਤਨ ਕੀਤੇ, ਠੀਕ ਹੈ। ਸਾਨੂੰ ਪਤਾ ਕਿ ਜਿਹੜੇ ਉਸ ਟਾਈਮ ਪ੍ਰਾਈਮ ਮਿਨਿਸਟਰ ਸੀ ਇੰਗਲੈਂਡ ਦੇ, ਉਹ ਸੀਗੇ ਕਲੀਮੈਂਟ ਐਟਲੀ ਸਾਡੇ ਸੀਗੇ ਪ੍ਰਾਈਮ ਮਿਨਿਸਟਰ ਬ੍ਰਿਟੇਨ ਦੇ ਉਸ ਟਾਈਮ 'ਤੇ, ਠੀਕ ਹੈ। ਤਾਂ ਇਹਨਾਂ ਦੀ ਫਰਵਰੀ 1947 ਦੇ ਵਿੱਚ, ਦੇਖੋ ਹੁਣ ਅਸੀਂ ਉਸ ਈਅਰ ਦੇ ਵਿੱਚ ਆ ਗਏ ਹਾਂ, ਠੀਕ ਹੈ ਨਾ, ਉਸ ਗੋਲਡਨ ਈਅਰ ਦੇ ਵਿੱਚ ਆ ਚੁੱਕੇ ਹਾਂ। ਤਾਂ ਉਸ ਈਅਰ ਦੇ ਵਿੱਚ ਡਿਸਕਸ ਕਰ ਰਹੇ ਹਾਂ ਅਸੀਂ। ਫਰਵਰੀ ਦੇ ਵਿੱਚ ਇਹਨਾਂ ਦੀ ਇੱਕ ਸਟੇਟਮੈਂਟ ਆਉਂਦੀ ਹੈ, ਠੀਕ ਹੈ, ਕਿਹਨਾਂ ਦੀ, ਪ੍ਰਾਈਮ ਮਿਨਿਸਟਰ ਕਲੈਮੈਂਟ ਐਟਲੀ ਦੀ। ਕਿੱਥੇ ਸਟੇਟਮੈਂਟ ਦਿੰਦੇ ਨੇ ਉਹ, ਹਾਊਸ ਆਫ ਕਾਮਨ ਦੇ ਵਿੱਚ ਖੜ੍ਹ ਕੇ। ਦੇਖੋ ਬ੍ਰਿਟੇਨ ਦੇ ਵਿੱਚ ਦੋ ਹਾਊਸਿਸ ਨੇਗੇ, ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਹਾਊਸ ਆਫ ਕਾਮਨਸ ਐਂਡ ਹਾਊਸ ਆਫ ਲੋਰਡਸ। ਜਿਵੇਂ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ, ਹਾਊਸ ਆਫ ਕਾਮਨਸ ਜਿਵੇਂ ਸਾਡਾ ਲੋਕ ਸਭਾ ਹੋ ਗਿਆ, ਲੋਅਰ ਹਾਊਸ ਹੋ ਗਿਆ। ਹਾਊਸ ਆਫ ਲੋਰਡਸ ਜਿਵੇਂ ਸਾਡਾ ਰਾਜ ਸਭਾ ਹੋ ਗਿਆ, ਅਪਰ ਹਾਊਸ ਹੋ ਗਿਆ, ਠੀਕ ਹੈ। ਇਹ ਤਾਂ ਸੀਗਾ ਇੰਗਲੈਂਡ ਦੇ। ਅਸੀਂ ਹੁਣ ਇੱਕ ਵਾਰੀ ਅਮਰੀਕਾ ਦੇ ਹਾਊਸਿਸ ਵੀ ਦੇਖ ਲੈਂਦੇ ਹਾਂ। ਅਮਰੀਕਾ ਦੇ ਵਿੱਚ ਕੀ ਕੁਛ ਹੈ, ਕੀ ਸਿਸਟਮ ਹੈ। ਅਪਰ ਹਾਊਸ ਉਹਨਾਂ ਦਾ ਹੈਗਾ ਸੈਨੇਟ, ठीक है। लोअर हाउस उन्होंने है हाउस ऑफ रिप्रजेंटेटिव्स दो हाउस उत्थे भी ये ने, ठीक है ना। ये अपर हाउस है, ये लोअर हाउस है। ये जिमें साडा लोक सभा होया, ये जिमें साडा राज्य सभा होया, ये चीज़ है। तो ये हाउसिस ने। हुण जिहड़ा प्राइम मिनिस्टर सीगा इंग्लैंड का
ਉਹਨੇ ਹਾਊਸ ਆਫ ਕਾਮਨ ਦੇ ਵਿੱਚ ਖੜ ਕੇ ਇਹ ਸਟੇਟਮੈਂਟ ਦਿੱਤੀ, ਠੀਕ ਹੈ। ਇਹ ਸਟੇਟਮੈਂਟ ਦਿੱਤੀ ਕੀ ਸਟੇਟਮੈਂਟ ਸੀ ਉਹਦੇ ਵਿੱਚ, ਕੀ ਕੁਛ ਸੀਗਾ ਉਹਦੇ ਵਿੱਚ। ਇੱਕ ਤਾਂ ਉਹਨੇ ਇੱਕ ਡੈਡਲਾਈਨ ਡਿਕਲੇਅਰ ਕਰਤੀ ਵੀ ਜੂਨ 30 1948, ਧਿਆਨ ਨਾਲ ਦੇਖਣਾ 1948 ਹਲੇ ਅਗਲੇ ਸਾਲ ਦੀ ਗੱਲ ਕਰ ਰਿਹਾ ਇਹ। ਕਹਿੰਦਾ ਜੂਨ 30 1948 ਇੱਕ ਡੈਡਲਾਈਨ ਹੈ ਵੀ ਇਸ ਤੋਂ ਪਹਿਲਾਂ ਅਸੀਂ ਪਾਵਰ ਟਰਾਂਸਫਰ ਕਰ ਦੇਵਾਂਗੇ, ਠੀਕ ਹੈ ਨਾ। ਉਹਨੇ ਦੇਖੋ ਡੈਡਲਾਈਨ ਕਾਫੀ ਅੱਗੇ ਦੀ ਪਾਈ ਸੀਗੀ, ਧਿਆਨ ਰੱਖਣਾ ਇਹ ਚੀਜ਼। ਅਤੇ ਉਹਨੇ ਹੋਰ ਕੀ ਕਿਹਾ ਹਾਊਸ ਆਫ ਕਾਮਨ ਦੇ ਵਿੱਚ ਖੜ੍ਹ ਕੇ, ਕਹਿੰਦਾ ਵੀ ਜਿਹੜਾ ਹੁਣ ਵੈਵਲ ਇਸ ਟਾਈਮ ਹੈਗਾ ਜਿਹੜਾ ਵਾਇਸਰੋਏ ਇੰਡੀਆ ਦਾ, ਉਹਨੂੰ ਹਟਾ ਕੇ ਹੁਣ ਅਸੀਂ ਮਾਊਂਟ ਬੈਟਨ ਨੂੰ ਭੇਜਾਂਗੇ, ਠੀਕ ਹੈ। ਇਹ ਇੱਕ ਵੱਡੀ ਸਟੇਟਮੈਂਟ ਸੀਗੀ ਕਿ ਹੁਣ ਮਾਊਂਟ ਬੈਟਨ ਵਾਇਸਰੋਏ ਬਣਨ ਜਾ ਰਿਹਾ। ਇੱਕ ਚੀਜ਼ ਤੁਹਾਨੂੰ ਹੋਰ ਦੱਸਾਂ ਮੈਂ, ਜਿਹੜਾ ਮਾਊਂਟ ਬੈਟਨ ਸੀ ਇਹ ਰਾਇਲ ਫੈਮਿਲੀ ਦਾ ਮੈਂਬਰ ਸੀਗਾ, ਇਹ ਰਾਇਲ ਫੈਮਿਲੀ ਤੋਂ ਬਿਲੋਂਗ ਕਰਦਾ ਸੀਗਾ। ਮਤਲਬ ਜਿਹੜੀ ਬ੍ਰਿਟਿਸ਼ ਦੀ ਰਾਇਲ ਫੈਮਿਲੀ ਹੈ ਨਾ, ਮਤਲਬ ਰਾਜਾ ਰਾਣੀ ਨੇ ਜਿਹੜੇ ਉਹਦੇ, ਤਾਂ ਉਸੇ ਫੈਮਿਲੀ ਦੇ ਵਿੱਚ ਫੈਮਿਲੀ ਦੇ ਇੱਕ ਮੈਂਬਰ ਸੀ ਇਹ। ਤਾਂ ਇਹਦੇ ਕੋਲ ਕਾਫੀ ਮਤਲਬ ਅਥੋਰਿਟੀ ਸੀਗੀ ਵੀ ਔਨ ਦਾ ਸਪੋਟ ਡਿਸੀਜਨਸ ਲੈਣ ਵਾਸਤੇ। ਇਹਨੂੰ ਹਰ ਚੀਜ਼ ਪੁੱਛਣ ਵਾਸਤੇ ਇੰਗਲੈਂਡ ਵੱਲ ਮੂੰਹ ਨਹੀਂ ਦੇਖਣਾ ਪੈਂਦਾ ਸੀ, ਇਹ ਆਪਣੇ ਆਪ ਵੀ ਡਿਸੀਜਨ ਲੈ ਸਕਦਾ ਸੀ ਕਿਉਂਕਿ ਇਹਦੇ ਕੋਲ ਅਥੋਰਿਟੀ ਸੀ, ਕਿਉਂਕਿ ਇਹ ਆਪ ਹੀ ਰਾਇਲ ਫੈਮਿਲੀ ਦਾ ਮੈਂਬਰ ਸੀ ਇੱਕ। ਤਾਂ ਇਹ ਇੱਕ ਵੱਡਾ ਰੀਜ਼ਨ ਸੀ ਐਟ ਦਾ ਲਾਸਟ ਮੋਮੈਂਟ ਇਸ ਨੂੰ ਭੇਜਣ ਦਾ, ਠੀਕ ਹੈ, ਮਾਊਂਟ ਬੈਟਨ ਨੂੰ। ਕਿਉਂਕਿ ਹਲੇ ਵੀ ਪ੍ਰੋਪਰ ਡਿਸਾਈਡ ਨਹੀਂ ਸੀਗਾ ਵੀ ਕਿਵੇਂ ਟਰਾਂਸਫਰ ਪਾਵਰ ਐਕਚੁਅਲੀ ਹੋਈ ਜਾਵੇ, ਠੀਕ ਹੈ ਨਾ। ਹਲੇ ਵੀ ਬਲਕਿ ਪਾਰਟੀਸ਼ਨ ਵੀ ਹਲੇ ਡਿਸਾਈਡਡ ਨਹੀਂ ਹੈਗੀ, ਐਟ ਪ੍ਰੈਜ਼ੈਂਟ ਕਿ ਪਾਰਟੀਸ਼ਨ ਹੋਊਗੀ ਵੀ ਜਾਂ ਨਹੀਂ ਹੋਊਗੀ, ਹਲੇ ਵੀ ਦੁਵਿਧਾ ਹੈਗੀ ਇਸ ਚੀਜ਼ 'ਤੇ। ਫਰਵਰੀ 1947 ਦੀ ਗੱਲ ਕਰ ਰਹੇ ਆਪਾਂ। ਹੁਣ ਦੇਖੋ ਫਰਵਰੀ ਦੇ ਵਿੱਚ ਉਹਨੇ ਸਟੇਟਮੈਂਟ ਦਿੱਤੀ ਕਿ ਹਾਂ ਜਿਹੜਾ ਸਾਡਾ ਮਾਊਂਟ ਬੈਟਨ ਸਾਹਿਬ ਹੈ ਉਹ ਵਾਇਸਰਾਏ ਬਣ ਕੇ ਆਉਣਗੇ। ਮਾਰਚ ਦੇ ਵਿੱਚ ਇੰਡੀਆ ਦੇ ਵਿੱਚ ਮਾਊਂਟ ਬੈਟਨ ਆ ਗਿਆ, ਅਗਲੇ ਮਹੀਨੇ ਹੀ ਮਾਊਂਟ ਬੈਟਨ ਆ ਗਿਆ। ਹੁਣ ਆਉਂਦੇ ਸਾਰ ਉਹਨੇ ਇੱਕ ਮਾਊਂਟ ਬੈਟਨ ਪਲਾਨ ਤਿਆਰ ਕੀਤਾ ਆਪਣਾ, ਠੀਕ ਹੈ। ਜੂਨ 3 ਪਲਾਨ ਵੀ ਕਹਿੰਦੇ ਹਾਂ ਅਸੀਂ ਉਹਨੂੰ, 3 ਜੂਨ, ਕਿਉਂਕਿ 3 ਜੂਨ ਨੂੰ ਹੀ ਅਨਾਊਂਸ ਹੋਇਆ ਸੀਗਾ। 3 ਜੂਨ ਪਲਾਨ ਕਹਿੰਦੇ ਹਾਂ ਇਹਨੂੰ। ਇਹਦੇ ਵਿੱਚ ਕੀ ਸੀਗਾ, ਕਹਿੰਦਾ ਅਗਰ ਪਾਰਟੀਸ਼ਨ ਹੁੰਦੀ ਹੈ, ਦੇਖੋ ਉਰੇ ਵੀ ਅਗਰ ਵਰਡ ਹੈਗਾ, ਇਨ ਕੇਸ ਹੈਗਾ ਉਰੇ, ਕਿਉਂਕਿ ਹਲੇ ਵੀ ਸ਼ੋਰਿਟੀ ਹੈ ਨਹੀਂ ਵੀ ਪਾਰਟੀਸ਼ਨ ਹੋਊਗੀ। ਕਹਿੰਦਾ ਚਲੋ ਵੈਸੇ ਤਾਂ ਦੇਖੋ ਪਤਾ ਤਾਂ ਸਾਰਿਆਂ ਨੂੰ ਲੱਗ ਹੀ ਗਿਆ ਸੀ ਵੀ ਪਾਰਟੀਸ਼ਨ ਹੋਣ ਵਾਲੀ ਹੈ, ਬਟ ਫਾਰਮਲ ਤੌਰ 'ਤੇ ਹਲੇ ਵੀ ਕੋਈ ਪੁਖਤਾ ਜਿਹੜਾ ਮਤਲਬ ਸਬੂਤ ਨਹੀਂ ਸੀ ਇਸ ਚੀਜ਼ ਦਾ, ਠੀਕ ਹੈ ਨਾ, ਕੋਈ ਪੱਕਾ ਐਵੀਡੈਂਸ ਨਹੀਂ ਸੀ ਸਾਡੇ ਕੋਲੇ। ਕਹਿੰਦਾ ਅਗਰ ਪਾਰਟੀਸ਼ਨ ਹੁੰਦੀ ਹੈ ਤਾਂ 2 ਡੋਮੀਨੀਅਨਸ ਬਣਨਗੀਆਂ। ਡੋਮੀਨੀਅਨਸ ਮਤਲਬ 2 ਦੇਸ਼ ਬਣਨਗੇ, ਇੰਡੀਆ ਅਤੇ ਪਾਕਿਸਤਾਨ, ਜਾਂ ਜੋ ਵੀ ਮਤਲਬ ਨਾਮ ਰੱਖਿਆ ਜਾਊਗਾ। ਤਾਂ ਕਹਿੰਦਾ 2 ਡੋਮੀਨੀਅਨਸ ਬਣਨਗੀਆਂ। ਡੋਮੀਨੀਅਨ ਆਪਾਂ ਐਗਜ਼ੈਕਟਲੀ ਦੇਖਦੇ ਹਾਂ ਅੱਗੇ ਜਾ ਕੇ ਕੀ ਹੁੰਦੀ ਹੈ ਐਗਜ਼ੈਕਟਲੀ ਡੋਮੀਨੀਅਨ, ਠੀਕ ਹੈ। ਜਿਵੇਂ ਦੇਖੋ ਤੁਹਾਨੂੰ ਪਤਾ ਹੀ ਹੈ, ਅਸੀਂ ਪਹਿਲਾਂ ਡੋਮੀਨੀਅਨ ਸਟੇਟਸ ਮੰਗਦੇ ਹੁੰਦੇ ਸੀਗੇ, ਡੋਮੀਨੀਅਨ ਸਟੇਟਸ, ਠੀਕ ਹੈ, ਹੋਮ ਰੂਲ ਟਾਈਪ ਚੀਜ਼। ਇਹ ਜਿਹੜੇ ਮੋਡਰੇਟ ਸੀਗੇ ਜਾਂ ਐਕਸਟਰੀਮਿਸਟ ਸੀਗੇ ਪਹਿਲਾਂ, ਉਹ ਡੋਮੀਨੀਅਨ ਸਟੇਟਸ ਮੰਗ ਰਹੇ ਹੁੰਦੇ ਸੀਗੇ, ਆਪਾਂ ਦੇਖਿਆ ਸੀ ਜਿਹੜੇ ਐਕਸਟਰੀਮਿਸਟ ਸੀਗੇ, ਠੀਕ ਹੈ ਨਾ। ਪੂਰਨ ਸਵਰਾਜ ਨਹੀਂ ਸੀਗਾ ਇਹ, ਪੂਰਨ ਸਵਰਾਜ ਨਹੀਂ ਸੀਗਾ ਇਹ, ਠੀਕ ਹੈ, ਇਹ ਡੋਮੀਨੀਅਨ ਸਟੇਟਸ ਸੀ। ਤਾਂ ਇਸ ਪਲਾਨ ਦੇ ਵਿੱਚ ਹਲੇ ਸਾਨੂੰ ਡੋਮੀਨੀਅਨਸ ਹੀ ਕਿਹਾ ਜਾ ਰਿਹਾ ਹਲੇ ਫਿਲਹਾਲ ਵੀ। ਅਤੇ 2 ਜਿਹੜੀਆਂ ਕੌਂਸਟੀਟਿਊਂਟ ਅਸੈਂਬਲੀਜ਼ ਨੇਗੀਆਂ, ਦੇਖੋ ਜੇ 2 ਦੇਸ਼ ਬਣਨਗੇ ਤਾਂ ਓਬਵੀਅਸਲੀ ਗੱਲ 2 ਕੌਂਸਟੀਟਿਊਸ਼ਨ ਚਾਹੀਦੇ ਨੇ। ਜੇ 2 ਦੇਸ਼ ਨੇ ਤਾਂ 2 ਕੌਂਸਟੀਟਿਊਸ਼ਨ, ਜੇ 2 ਕੌਂਸਟੀਟਿਊਸ਼ਨ ਨੇ ਤਾਂ 2 ਅਸੈਂਬਲੀਆਂ ਵੀ 2 ਬਣਾਉਣੀਆਂ ਪੈਣਗੀਆਂ, ਕਿਉਂਕਿ ਅਸੈਂਬਲੀ ਹੀ ਫਿਰ ਕੌਂਸਟੀਟਿਊਸ਼ਨ ਬਣਾਏਗੀ ਨਾ, ਇਸ ਕਰਕੇ, ਠੀਕ ਹੈ। ਤਾਂ 2 ਡੋਮੀਨੀਅਨਸ ਅਤੇ 2 ਕੌਂਸਟੀਟਿਊਂਟ ਅਸੈਂਬਲੀ ਅਗਰ ਪਾਰਟੀਸ਼ਨ ਹੁੰਦੀ ਹੈ ਤਾਂ, ਠੀਕ ਹੈ। ਹੁਣ ਇੱਕ ਇਹਨੇ ਡੇਟ ਨੂੰ ਕਾਫੀ ਐਡਵਾਂਸ ਕਰਤਾ ਸੀਗਾ, ਜਦੋਂ ਕਿ ਆਪਾਂ ਲਾਸਟ ਟਾਈਮ ਦੇ ਵਿੱਚ ਪੜ੍ਹ ਕੇ ਆਏ ਹਾਂ ਕਿ ਜਿਹੜਾ ਐਟਲੀ ਸੀ ਉਹ ਤਾਂ ਕਹਿੰਦਾ ਸੀ ਜੂਨ 30 1948 ਤੱਕ ਜਾਵਾਂਗੇ। ਇਹ ਸਾਡੇ ਮਾਊਂਟ ਬੈਟਨ ਸਾਹਿਬ ਥੋੜ੍ਹੇ ਜ਼ਿਆਦਾ ਤੇਜ਼ ਸੀਗੇ, ਇਹ ਕਹਿੰਦੇ ਨਹੀਂ ਇੰਨਾ ਵੇਟ ਨਹੀਂ ਹੁੰਦਾ ਆਪਣੇ ਤੋਂ, ਅਸੀਂ ਇਸੇ ਸਾਲ ਚਲੇ ਜਾਵਾਂਗੇ, ਠੀਕ ਹੈ। ਇਹਦਾ ਵੱਡਾ ਕਾਰਨ ਇੱਕ ਇਹ ਹੈ ਕਿਉਂਕਿ ਅੰਗਰੇਜ਼ਾਂ ਨੇ ਦੇਖ ਲਿਆ ਸੀ ਵੀ ਬੜਾ ਕਿਓਸ ਹੈਗਾ ਇੱਥੇ, ਠੀਕ ਹੈ ਨਾ, ਬੜੀ ਹਫੜਾ ਦਫੜੀ ਮੱਚੀ ਹੋਈ ਹੈ ਵੀ ਜੇ ਅਸੀਂ ਜ਼ਿਆਦਾ ਦੇਰ ਇੱਥੇ ਰਹਿੰਦੇ ਹਾਂ ਤਾਂ ਸਾਡਾ ਸਾਰਾ ਬਲੇਮ ਸਾਡੇ ਉੱਪਰ ਆਏਗਾ, ਅੰਗਰੇਜ਼ਾਂ ਉੱਪਰ ਆਏਗਾ ਕਿ ਅੰਗਰੇਜ਼ਾਂ ਨੇ ਇੰਨਾ ਕਤਲੇਆਮ ਕਰਵਾਇਆ ਜਾਂ ਅੰਗਰੇਜ਼ਾਂ ਨੇ ਵਧੀਆ ਚੀਜ਼ ਨਹੀਂ ਕੀਤੀ ਹੈਗੀ। ਤਾਂ ਇਸ ਬਲੇਮ ਤੋਂ ਬਚਣ ਵਾਸਤੇ ਉਹ ਫਟਾਫਟ ਨਿਕਲਣਾ ਚਾਹੁੰਦੇ ਸੀ। ਹੁਣ ਇਹੀ ਰੀਜ਼ਨ ਸੀ ਕਿ ਉਹਨਾਂ ਨੇ 1 ਸਾਲ ਐਡਵਾਂਸ ਕਰ ਲਈ ਡੇਟ, ਠੀਕ ਹੈ, ਵੀ ਅਸੀਂ 1947 ਦੇ ਵਿੱਚ ਹੀ ਚਲੇ ਜਾਵਾਂਗੇ। ਹੁਣ ਇਹ ਕਹਿੰਦਾ ਵੀ ਅਗਰ ਪਾਰਟੀਸ਼ਨ ਹੁੰਦੀ ਹੈ, ਮਾਊਂਟ ਬੈਟਨ ਪਲਾਨ ਕੀ ਕਹਿੰਦਾ ਹੈ ਵੀ ਅਗਰ ਪਾਰਟੀਸ਼ਨ ਹੁੰਦੀ ਹੈ ਤਾਂ ਅਸੀਂ ਇੱਕ ਬਾਊਂਡਰੀ ਕਮਿਸ਼ਨ ਵੀ ਸੈਟਅਪ ਕਰਾਂਗੇ। ਓਬਵੀਅਸ ਜੀ ਗੱਲ ਹੈ, ਹੁਣ ਬਾਊਂਡਰੀ ਸੈੱਟ ਕਰਨ ਵਾਸਤੇ ਕੋਈ ਸਿਸਟਮ ਤਾਂ ਹੋਣਾ ਚਾਹੀਦਾ ਨਾ। ਤਾਂ ਇਹ ਕਹਿੰਦਾ ਕਿ ਅਸੀਂ ਕਮਿਸ਼ਨ ਬਿਠਾ ਦਾਂਗੇ ਅਸੀਂ ਕੁਝ ਬੰਦਿਆਂ ਦੀ, ਜਿਹੜਾ ਕਿ ਡਿਸਾਈਡ ਕਰੂ ਵੀ ਬਾਊਂਡਰੀ ਕਿੱਥੋਂ ਡਿਵਾਈਡ ਕਰਨਾ ਫਿਰ ਦੇਸ਼ ਨੂੰ, ਠੀਕ ਹੈ। ਜਿਹੜਾ ਕਿ ਸਾਨੂੰ ਪਤਾ ਸੀ ਬਾਅਦ ਦੇ ਵਿੱਚ ਰੈੱਡ ਕਲਿਫ ਕਮਿਸ਼ਨ ਦੇ ਰੂਪ ਦੇ ਵਿੱਚ ਸਾਡੇ ਕੋਲ ਇੱਕ ਬਾਊਂਡਰੀ ਕਮਿਸ਼ਨ ਆਉਂਦੀ ਹੈ, ਠੀਕ ਹੈ, ਉਹ ਅਸੀਂ ਅੱਗੇ ਪੜ੍ਹਦੇ ਹਾਂ। ਹੁਣ ਮਾਊਂਟ ਬੈਟਨ ਪਲਾਨ ਦੇਤਾ, ਠੀਕ ਹੈ, ਕਿਹੜਾ ਕੀ ਨਾਮ ਹੋਰ ਕੀ ਨਾਮ ਸੀ ਉਹਦਾ, ਜੂਨ 3 ਪਲਾਨ, ਠੀਕ ਹੈ। ਹੁਣ ਬ੍ਰਿਟਿਸ਼ ਪਾਰਲੀਮੈਂਟ ਨੇ ਇੱਕ ਲਾਅ ਪਾਸ ਕੀਤਾ, ਐਕਟ ਪਾਸ ਕੀਤਾ, ਇੰਡੀਅਨ ਇੰਡੀਪੈਂਡੈਂਸ ਐਕਟ, ਇੰਡੀਅਨ ਇੰਡੀਪੈਂਡੈਂਸ। ਇਟ ਵਾਸ ਟੋਟਲੀ ਬੇਸਡ ਔਨ ਦ ਪਲਾਨ, ਅਰਲੀਅਰ ਪਲਾਨ, ਜਿਹੜਾ ਕਿ ਮਾਊਂਟ ਬੈਟਨ ਪਲਾਨ ਅਸੀਂ ਡਿਸਕਸ ਕਰਕੇ ਆਏ ਲਾਸਟ ਸਲਾਈਡ ਦੇ ਵਿੱਚ। ਜਿਹੜਾ ਇਹ ਐਕਟ ਹੈ ਇਟ ਵਾਸ ਟੋਟਲੀ ਬੇਸਡ ਅਪੋਨ ਦਿਸ ਪਲਾਨ, ਠੀਕ ਹੈ। ਕਦੋਂ ਪਾਸ ਕੀਤਾ ਪਾਰਲੀਮੈਂਟ ਨੇ, ਬ੍ਰਿਟਿਸ਼ ਪਾਰਲੀਮੈਂਟ ਨੇ, ਜੁਲਾਈ 1947, ਧਿਆਨ ਦੇਣਾ ਹੈ, ਹਲੇ ਹੁਣ ਪਾਸ ਕੀਤਾ ਲਾਅ ਇਹ, ਠੀਕ ਹੈ। ਇੰਪਲੀਮੈਂਟ ਕਦੋਂ ਹੋਇਆ, ਓਬਵੀਅਸਲੀ ਜਦੋਂ ਸਾਨੂੰ ਆਜ਼ਾਦੀ ਮਿਲੀ। ਇਟ ਵਾਸ ਇੰਪਲੀਮੈਂਟਡ ਔਨ ਅਗਸਤ 15 1947, ਠੀਕ ਹੈ। ਜਿਹੜਾ ਇਹ ਐਕਟ ਸੀਗਾ ਇਹ ਅਗਸਤ 15 ਨੂੰ ਇੰਪਲੀਮੈਂਟ ਹੋਇਆ। ਕਿਹਨੇ ਪਾਸ ਕੀਤਾ ਸੀ ਇਹ ਐਕਟ,
ਬ੍ਰਿਟਿਸ਼ ਪਾਰਲੀਮੈਂਟ ਨੇ ਇਹ ਵੀ ਧਿਆਨ ਦੇਣਾ ਹੈ, ਸਾਡੀ ਕੋਈ ਪਾਰਲੀਮੈਂਟ ਹਲੇ ਇੰਨੀ ਅਥੋਰਿਟੀ ਵਾਲੀ ਹੈ ਨਹੀਂ ਵੀ ਅਸੀਂ ਆਪਣੀ ਇੰਡੀਪੈਂਡੈਂਸੀ ਜਿਹੜੀ ਬਿੱਲ ਪਾਸ ਕਰਦੀ ਹੈ, ਲਾਅ ਪਾਸ ਕਰਦੀ ਹੈ। ਇਹ ਲਾਅ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਸੀਗਾ ਕਿ ਹੁਣ ਇੰਡੀਆ ਨੂੰ ਆਜ਼ਾਦ ਕੀਤਾ ਜਾਵੇ, ਠੀਕ ਹੈ। ਹੁਣ ਤੇ ਹੋਰ ਇਸ ਪਲਾਨ ਕੀ ਕਹਿੰਦਾ ਸੀ ਵੀ 2 ਇੰਡੀਪੈਂਡੈਂਟ ਡੋਮੀਨੀਅਨਸ ਆਫ ਇੰਡੀਆ ਐਂਡ ਪਾਕਿਸਤਾਨ ਬਣਨਗੀਆਂ, ਕਿਉਂਕਿ ਅਸੀਂ ਹੁਣ ਵੀ ਗੱਲ ਕੀਤੀ ਹੈ ਕਿ ਸਾਰਾ ਜਿਹੜਾ ਐਕਟ ਸੀਗਾ ਇਟ ਵਾਸ ਬੇਸਡ ਔਨ ਮਾਊਂਟਬੈਟਨ ਪਲਾਨ। ਤਾਂ ਮਾਊਂਟਬੈਟਨ ਪਲਾਨ ਦੇ ਵਿੱਚ ਵੀ ਇਹੀ ਚੀਜ਼ ਸੀਗੀ ਕਿ 2 ਡੋਮੀਨੀਅਨਸ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਨਾ। ਤਾਂ ਇਸੇ ਕਰਕੇ ਇਸ ਐਕਟ ਦੇ ਵਿੱਚ ਵੀ ਇਹੀ ਚੀਜ਼ ਹੈ ਕਿ 2 ਇੰਡੀਪੈਂਡੈਂਟ ਡੋਮੀਨੀਅਨਸ ਹੋਣੀਆਂ ਚਾਹੀਦੀਆਂ ਨੇ, ਇੰਡੀਆ ਐਂਡ ਪਾਕਿਸਤਾਨ। ਪਾਕਿਸਤਾਨ ਬਿਕੇਮ ਇੰਡੀਪੈਂਡੈਂਟ ਔਨ ਅਗਸਤ 14, ਇੱਕ ਦਿਨ ਪਹਿਲਾਂ ਸਾਡੇ ਤੋਂ ਆਜ਼ਾਦੀ ਮਿਲ ਗਈ ਸੀ, ਤੇ ਇੰਡੀਆ ਨੂੰ 15 ਅਗਸਤ। ਇਹ ਆਪਾਂ ਨੂੰ ਪਤਾ, ਸਭ ਨੂੰ ਪਤਾ ਆਪਾਂ ਨੂੰ। ਉਸ ਤੋਂ ਬਾਅਦ ਜਿਹੜੇ ਜਿੰਨਾ ਸਾਹਿਬ ਸੀਗੇ ਉਹ ਪਹਿਲੇ ਗਵਰਨਰ ਜਨਰਲ ਬਣੇ ਪਾਕਿਸਤਾਨ ਦੇ, ਠੀਕ ਹੈ, ਇਹ ਚੀਜ਼ ਧਿਆਨ ਦੇਣੀ ਹੈ। ਬਟ ਇੰਡੀਆ ਦੇ ਵਿੱਚ ਕੀ ਸੀਗਾ, ਅਸੀਂ ਮਾਊਂਟਬੈਟਨ ਨੂੰ ਹੀ ਕਿਹਾ ਕਿ ਮਾਊਂਟਬੈਟਨ ਸਾਹਿਬ ਤੁਸੀਂ ਹੀ ਰੁਕ ਜਾਓ ਥੋੜ੍ਹੀ ਦੇਰ, ਠੀਕ ਹੈ, ਐਜ਼ ਅ ਗਵਰਨਰ ਜਨਰਲ ਆਫ ਇੰਡੀਆ, ਐਜ਼ ਅ ਗਵਰਨਰ ਜਨਰਲ ਆਫ ਇੰਡੀਆ ਤੁਸੀਂ ਹੀ ਰੁਕ ਜਾਓ ਥੋੜ੍ਹੀ ਦੇਰ, ਕਿ ਸਾਡੀ ਜਿਹੜਾ ਟਰਾਂਸਫਰ ਆਫ ਪਾਵਰ ਹੈ ਉਹ ਹੋਰ ਸਮੂਥ ਹੋ ਜੂਗੀ, ਠੀਕ ਹੈ ਨਾ, ਇੱਕੋਦਮ ਐਬਰਪਟ ਚੇਂਜ ਨਹੀਂ ਆਏਗਾ। ਤਾਂ ਇਹ ਸਾਨੂੰ ਰਿਕੁਐਸਟ ਕੀਤੀ ਕਿ ਮਾਊਂਟਬੈਟਨ ਸਾਹਿਬ ਹੀ ਕੰਟੀਨਿਊ ਕਰ ਲੈਣ ਸਾਡੇ ਇੰਡੀਆ ਦੇ ਵਿੱਚ। ਬਟ ਪਾਕਿਸਤਾਨ ਨੇ ਕੀ ਚੂਜ਼ ਕੀਤਾ, ਉਹ ਕਹਿੰਦਾ ਨਹੀਂ ਤੁਸੀਂ ਜਾਓ, ਅਸੀਂ ਆਪ ਹੀ ਦੇਖ ਲਾਂਗੇ। ਤਾਂ ਪਾਕਿਸਤਾਨ ਦਾ ਜਿਹੜਾ ਪਹਿਲਾ ਗਵਰਨਰ ਜਨਰਲ ਸੀ ਉਹ ਮੁਹੰਮਦ ਅਲੀ ਜਿਨਾ ਬਣਿਆ, ਠੀਕ ਹੈ, ਇਹ ਧਿਆਨ ਦੇਣਾ ਥੋੜ੍ਹਾ ਜਿਹਾ। ਇੱਕ ਚੀਜ਼ ਹੋਰ, ਇੰਡੀਆ ਆਜ਼ਾਦੀ ਤੋਂ ਬਾਅਦ 15 ਅਗਸਤ ਤੋਂ ਬਾਅਦ ਇਟ ਵਾਜ਼ ਸਟਿਲ ਅ ਡੋਮੀਨੀਅਨ, ਠੀਕ ਹੈ, ਜਿਵੇਂ ਇੱਥੇ ਕਹਿ ਰਹੇ ਹਾਂ ਨਾ ਆਪਾਂ ਵੀ 2 ਡੋਮੀਨੀਅਨਸ ਬਣਨਗੀਆਂ, ਠੀਕ ਹੈ। ਅਸੀਂ 1929 ਤੋਂ ਬਾਅਦ ਕਦੇ ਵੀ ਡੋਮੀਨੀਅਨ ਦੀ ਗੱਲ ਨਹੀਂ ਕੀਤੀ ਸੀ। 1929 ਦੇ ਵਿੱਚ ਅਸੀਂ ਪੂਰਨ ਸਵਰਾਜ ਦੀ ਜਿਹੜੀ ਰੈਜ਼ੋਲੂਸ਼ਨ ਹੈ ਉਹ ਪਾਸ ਕਰਤੀ ਸੀਗੀ, ਠੀਕ ਹੈ, ਪੂਰਨ ਸਵਰਾਜ ਦੀ ਰੈਜ਼ੋਲੂਸ਼ਨ ਪਾਸ ਕਰਤੀ ਸੀ। ਅਤੇ ਇਸ ਤੋਂ ਬਾਅਦ ਅਸੀਂ ਹੁਣ ਕਦੇ ਡੋਮੀਨੀਅਨ ਸਟੇਟਸ ਦਾ ਨਾਮ ਲਿਆ ਵੀ ਨਹੀਂ ਸੀਗਾ, ਠੀਕ ਹੈ ਨਾ। ਸਾਡੇ ਲਈ ਬਿਲਕੁਲ ਇਹ ਡੈਡ ਲੈਟਰ ਸੀਗਾ। ਈਵਨ ਕਿ ਜਦੋਂ ਅਗਸਤ ਆਫਰ ਵਗੈਰਾ ਸਾਨੂੰ ਅਗਸਤ ਆਫਰ 1940 ਇਹ ਵੀ ਸਾਨੂੰ ਡੋਮੀਨੀਅਨ ਸਟੇਟਸ ਹੀ ਆਫਰ ਕਰ ਰਿਹਾ ਸੀ, ਅਸੀਂ ਇਸੇ ਵੱਲ ਦੇਖਿਆ ਵੀ ਨਹੀਂ ਅਸੀਂ ਜਿਹੜੇ ਸਾਡੇ ਕਾਂਗਰਸ ਲੀਡਰ ਸੀਗੇ ਵੀ ਤੁਸੀਂ ਤਾਂ ਭੁੱਲ ਜਾਓ, ਹੁਣ ਡੋਮੀਨੀਅਨ ਸਟੇਟਸ ਤਾਂ ਬਹੁਤ ਪੁਰਾਣੀ ਗੱਲ ਹੋ ਗਈ, ਹੁਣ ਤਾਂ ਅਸੀਂ ਉਸ ਚੀਜ਼ ਬਾਰੇ ਸੋਚਿਆ ਵੀ ਨਹੀਂ ਕਦੇ, ਠੀਕ ਹੈ। ਤੁਸੀਂ ਇਹ ਚੀਜ਼ ਕੀ ਦੇ ਰਹੇ ਹੋ ਸਾਨੂੰ, ਬਿਲਕੁਲ ਨਹੀਂ ਚਾਹੀਦੀ ਸਾਨੂੰ। ਅਤੇ ਹੁਣ ਇੱਥੇ ਆ ਕੇ ਕੀ ਹੁੰਦਾ ਹੈ, ਅਗਸਤ 15 ਤੋਂ ਬਾਅਦ ਅਸੀਂ ਫਿਰ ਵੀ ਇੱਕ ਡੋਮੀਨੀਅਨ ਬਣਨਾ ਹੀ ਡਿਸਾਈਡ ਕੀਤਾ। ਉਹਦਾ ਰੀਜ਼ਨ ਇਹੀ ਸੀਗਾ ਕਿ ਥੋੜ੍ਹਾ ਜਿਹਾ ਸਮੂਥ ਹੋ ਜੇ, ਕਿਉਂਕਿ ਸਾਨੂੰ ਦੇਖੋ ਪਾਵਰਸ ਮਿਲ ਗਈਆਂ ਸੀਗੀਆਂ, ਠੀਕ ਹੈ। ਸਾਡੇ ਜਵਾਹਰ ਲਾਲ ਨਹਿਰੂ ਐਗਜ਼ੈਕਟਿਵ ਕਾਊਂਸਲ ਨੂੰ ਹੈੱਡ ਕਰ ਰਹੇ ਸੀਗੇ, ਠੀਕ ਹੈ, ਤਾਂ ਪਾਵਰਸ ਹੈਗੀਆਂ ਸਾਰੀਆਂ। ਬਟ ਇੱਕ ਬਸ ਫੰਕਸ਼ਨਿੰਗ ਸਮੂਥ ਕਰਨ ਵਾਸਤੇ ਅਸੀਂ ਇੱਕ ਕੰਪਰੋਮਾਈਜ਼ ਕੀਤਾ ਵੀ ਚੱਲ ਜੋ ਤੱਕ ਅਸੀਂ ਆਪਣਾ ਸੰਵਿਧਾਨ ਨਹੀਂ ਪਾਸ ਕਰਦੇ, ਯਾਨੀ ਕਿ ਜੋ 26 ਜਨਵਰੀ 1950 ਤੱਕ ਅਸੀਂ ਡੋਮੀਨੀਅਨ ਹੀ ਰਹਿ ਲਾਂਗੇ, ਚਲੋ ਕੋਈ ਗੱਲ ਨਹੀਂ। ਹਾਲਾਂਕਿ ਸਾਡੇ ਕੋਲ ਪਾਵਰ ਸਾਰੀਆਂ ਸੀਗੀਆਂ, ਜਸਟ ਇੱਕ ਨੋਮੀਨਲ ਜਿਹਾ ਹੈੱਡ ਸੀਗਾ ਜਿਹੜਾ ਕਿ ਗਵਰਨਰ ਜਨਰਲ ਸੀਗਾ। ਅਤੇ ਫਾਈਨਲੀ ਅਸੀਂ ਇੰਡੀਪੈਂਡੈਂਟ ਕਦੋਂ ਬਣੇ, ਮਤਲਬ ਰਿਪਬਲਿਕ ਕਦੋਂ ਬਣੇ, 26 ਜਨਵਰੀ 1950 ਨੂੰ। ਇਸ ਤੋਂ ਪਹਿਲਾਂ ਅਸੀਂ ਇੱਕ ਡੋਮੀਨੀਅਨ ਹੀ ਰਹੇ ਸੀਗੇ, ਧਿਆਨ ਦੇਣਾ, ਠੀਕ ਹੈ। 1950 ਤੱਕ ਇੰਡੀਆ ਵਾਜ਼ ਅ ਡੋਮੀਨੀਅਨ ਆਫ ਬ੍ਰਿਟਿਸ਼ ਅੰਪਾਇਰ, ਇਹ ਆਪਾਂ ਕਵਾਂਗੇ, ਠੀਕ ਹੈ। ਅਤੇ ਪਾਕਿਸਤਾਨ ਕਦੋਂ ਤੱਕ ਰਿਹਾ, ਪਾਕਿਸਤਾਨ 1956 ਤੱਕ ਰਿਹਾ, ਇਹ ਵੀ ਧਿਆਨ ਰੱਖਣਾ। ਪਾਕਿਸਤਾਨ 1956 ਤੱਕ ਡੋਮੀਨੀਅਨ ਸਟੇਟ ਰਿਹਾ, ਅਸੀਂ ਤਾਂ ਸਿਰਫ 1950 ਤੱਕ ਹੀ ਰਹੇ, ਪਾਕਿਸਤਾਨ 1956 ਤੱਕ ਡੋਮੀਨੀਅਨ ਸਟੇਟ ਰਿਹਾ। ਹਾਲਾਂਕਿ ਜਿਹੜਾ ਗਵਰਨਰ ਜਨਰਲ ਸੀ ਪਹਿਲਾਂ ਹੀ ਉਹਨਾਂ ਦਾ ਉਹ ਮੁਹੰਮਦ ਅਲੀ ਜਿਨਾ ਹੀ ਸੀਗਾ, ਠੀਕ ਹੈ। ਉਹਨਾਂ ਨੇ ਮਾਊਂਟਬੈਟਨ ਨੂੰ ਨਹੀਂ ਕੰਟੀਨਿਊ ਕਰਨ ਦਿੱਤਾ ਹੈਗਾ, ਅਸੀਂ ਕੰਟੀਨਿਊ ਕਰਨ ਦਿੱਤਾ, ਅਤੇ ਅਸੀਂ 1950 ਤੱਕ ਡੋਮੀਨੀਅਨ ਰਹੇ। ਜਿਹੜਾ ਪਾਕਿਸਤਾਨ ਰਿਹਾ 1956 ਤੱਕ ਡੋਮੀਨੀਅਨ ਰਿਹਾ, ਧਿਆਨ ਰੱਖਣਾ। ਦਿਸ ਵਾਜ਼ ਦ ਐਰੋਗੈਂਸ ਆਫ ਮੁਹੰਮਦ ਅਲੀ ਜਿਨਾ, ਦਿਸ ਵਾਜ਼ ਦ ਐਰੋਗੈਂਸ, ਦਿਸ ਵਾਜ਼ ਦ ਐਟੀਟਿਊਡ ਆਫ ਮੁਹੰਮਦ ਅਲੀ ਜਿਨਾ। ਆਈ ਅਲੋਨ ਵਿਦ ਮਾਈ ਸੈਕਟਰੀ ਐਂਡ ਮਾਈ ਟਾਈਪਰਾਈਟਰ ਵੌਨ ਪਾਕਿਸਤਾਨ ਫੋਰ ਦ ਮੁਸਲਿਮਸ। ਮੈਨੇ ਇਕੱਲੇ ਨੇ ਆਪਣੇ ਸੈਕਟਰੀ ਦੀ ਅਤੇ ਆਪਣੇ ਟਾਈਪਰਾਈਟਰ ਦੀ ਸਹਾਇਤਾ ਨਾਲ ਸਾਰੇ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਦਿੱਤਾ। ਐਂਡ ਇਟ ਵਾਜ਼ ਦ ਫਸਟ ਇਸਲਾਮਿਕ ਰਿਪਬਲਿਕ ਆਫ ਦ ਵਰਲਡ। ਧਿਆਨ ਰੱਖਣਾ ਇਸ ਚੀਜ਼ ਦਾ, ਪੇਪਰ ਦੇ ਵਿੱਚ ਨਹੀਂ ਆਉਂਦੀ ਕਦੇ ਇਹ ਚੀਜ਼ਾਂ, ਬਟ ਦੱਸ ਰਿਹਾ ਤੁਹਾਨੂੰ, ਇਹ ਦੁਨੀਆ ਦੀ ਪਹਿਲੀ ਇਸਲਾਮਿਕ ਰਿਪਬਲਿਕ ਸੀਗੀ, ਇਹ ਪਹਿਲੀ ਇਸਲਾਮਿਕ ਰਿਪਬਲਿਕ, ਫਸਟ ਇਸਲਾਮਿਕ ਰਿਪਬਲਿਕ ਸੀ। ਉਸ ਤੋਂ ਬਾਅਦ ਈਰਾਨ ਵਰਗੇ ਬਹੁਤ ਸਾਰੀਆਂ ਰਿਪਬਲਿਕਸ ਆਈਆਂ ਇਸਲਾਮਿਕ, ਬਟ ਪਾਕਿਸਤਾਨ ਵਾਜ਼ ਦ ਫਸਟ ਇਸਲਾਮਿਕ ਰਿਪਬਲਿਕ ਆਫ ਦ ਵਰਲਡ, ਠੀਕ ਹੈ, ਇਹ ਚੀਜ਼ ਹੈ। ਸਾਡਾ ਕੀ ਦੇਸ਼ ਸੀ, ਸਾਡਾ ਦੇਸ਼ ਸੈਕੂਲਰ ਹੈ, ਠੀਕ ਹੈ। ਪਾਕਿਸਤਾਨ ਕੀ ਹੈ, ਇੱਕ ਇਸਲਾਮਿਕ ਕੰਟਰੀ ਹੈ, ਇਹ ਫ਼ਰਕ ਹੈ, ਕਿਉਂਕਿ ਪਾਕਿਸਤਾਨ ਦਾ ਇੱਕ ਸਟੇਟ ਰਿਲੀਜਨ ਹੈਗਾ, ਸਾਡਾ ਕੋਈ ਸਟੇਟ ਰਿਲੀਜਨ ਨਹੀਂ ਹੈਗਾ। ਚਲੋ, ਬਾਊਂਡਰੀ ਕਮਿਸ਼ਨ ਦੀ ਆਪਾਂ ਗੱਲ ਕੀਤੀ ਸੀ, ਕਿਉਂਕਿ ਦੇਖੋ ਮਾਊਂਟਬੈਟਨ ਪਲਾਨ ਦੇ ਵਿੱਚ ਇੱਕ ਚੀਜ਼ ਇਹ ਵੀ ਸੀਗੀ ਕਿ ਅਗਰ ਪਾਰਟੀਸ਼ਨ ਹੁੰਦੀ ਹੈ ਤਾਂ ਵੀ ਵਿਲ ਸੈਟ ਅਪ ਆ ਬਾਊਂਡਰੀ ਕਮਿਸ਼ਨ, ਜਿਹੜਾ ਕਿ ਸਾਨੂੰ ਪਤਾ ਹੈ ਫਿਰ ਸਰ ਸਾਇਰਲ ਰੈਡਕਲਿਫ ਦੀ ਚੇਅਰਮੈਨਸ਼ਿਪ ਦੇ ਅੰਡਰ ਸੈਟਅਪ ਕੀਤੀ ਗਈ ਸੀਗੀ, ਠੀਕ ਹੈ ਨਾ। ਮਤਲਬ ਕੀ ਸੀਗਾ, ਰੈਡਕਲਿਫ ਕਮਿਸ਼ਨ ਆਪਾਂ ਸਿੰਪਲੀ ਕਹਿ ਦਿੰਦੇ ਇਹਨੂੰ, ਠੀਕ ਹੈ ਨਾ। This commission was required to draw the boundaries and decide disputed points within a period of 6 weeks। ਇਹਨਾਂ ਨੂੰ ਬਿਲਕੁਲ ਹੀ ਘੱਟ ਟਾਈਮ ਦਿੱਤਾ ਗਿਆ। ਤੁਸੀਂ ਸ਼ਾਇਦ ਪਹਿਲਾਂ ਵੀ ਇਹ ਚੀਜ਼ਾਂ ਪੜ੍ਹੀਆਂ ਨੇਗੀਆਂ ਕਿ ਰੈਡਕਲਿਫ ਕਮਿਸ਼ਨ, ਜਿਹੜਾ ਰੈਡਕਲਿਫ ਬੰਦਾ ਸੀ,
ਇਹ ਬਿਲਕੁਲ ਨਵਾਂ ਇਹਨੂੰ ਬੁਲਾਇਆ ਗਿਆ ਸੀ ਇੰਡੀਆ ਦੇ ਵਿੱਚ। ਇਹਨੂੰ ਬਿਲਕੁਲ ਜੀਓਗ੍ਰਾਫੀ ਦਾ ਨਹੀਂ ਪਤਾ ਸੀ ਇੰਡੀਆ ਦਾ, ਇੰਡੀਆ ਦੀ ਹਿਸਟਰੀ ਦਾ ਨਹੀਂ ਪਤਾ ਸੀ, ਠੀਕ ਹੈ ਨਾ, ਇੰਡੀਆ ਦੇ ਸੋਸਾਇਟੀ ਦਾ ਨਹੀਂ ਪਤਾ ਸੀ। ਅਤੇ ਇਸ ਬੰਦੇ ਨੂੰ ਬਾਹਰੋਂ ਬੁਲਾ ਕੇ ਸਿਰਫ 6 ਹਫ਼ਤਿਆਂ ਦੇ ਵਿੱਚ ਇਹ ਕਿਹਾ ਗਿਆ ਕਿ ਤੂੰ ਸਾਨੂੰ ਇੱਕ ਬਾਊਂਡਰੀ ਡਿਸਾਈਡ ਕਰਕੇ ਦੇ ਵੀ ਕਿੱਥੋਂ ਅਸੀਂ ਪਾਰਟੀਸ਼ਨ ਕਰੀਏ। ਦੇਖੋ ਕਿੰਨੀ ਮਤਲਬ ਲੈਕ ਆਫ ਸੀਰੀਅਸਨੈਸ ਔਨ ਦਾ ਪੁਆਇੰਟ ਆਫ ਬ੍ਰਿਟਿਸ਼ਰਸ ਹੈਗੀ, ਠੀਕ ਹੈ ਨਾ। ਬਿਲਕੁਲ ਵੀ ਮਤਲਬ ਉਹਨਾਂ ਵਾਸਤੇ ਕੋਈ ਬਹੁਤ ਵੱਡਾ ਇਸ਼ੂ ਨਹੀਂ ਸੀਗਾ। ਇੱਕ ਨਵੇਂ ਬੰਦੇ ਨੂੰ ਲਿਆ ਕੇ ਤੁਸੀਂ ਇੰਨਾ ਵੱਡਾ ਡਿਸੀਜਨ ਲੈਣ ਲਈ ਕਹਿ ਰਹੇ ਹੋ, ਠੀਕ ਹੈ ਨਾ, ਰਿਕਮੈਂਡੇਸ਼ਨ ਦੇਣ ਲਈ ਕਹਿ ਰਹੇ ਹੋ। ਇੱਥੋਂ ਪਤਾ ਲੱਗਦਾ ਵੀ ਬ੍ਰਿਟੇਨ ਕਿੰਨਾ ਕੁ ਸੀਰੀਅਸ ਸੀਗਾ ਸਾਡੇ ਪ੍ਰਤੀ, ਠੀਕ ਹੈ। ਤਾਂ ਓਬਵੀਅਸਲੀ ਗੱਲ ਹੈ, ਜਦੋਂ ਉਹਨਾਂ ਕੋਲ ਕੋਈ ਨੌਲੇਜ ਹੀ ਨਹੀਂ ਹੈਗੀ, ਇੱਕ ਤਾਂ ਇਹਨਾਂ ਨੇ ਸੈਂਸਸ ਬਹੁਤ ਪੁਰਾਣਾ ਚੱਕਿਆ ਸੀਗਾ, ਠੀਕ ਹੈ ਨਾ, ਜਿਹੜੀ ਪਾਪੂਲੇਸ਼ਨ ਇਨਫੋਰਮੇਸ਼ਨ ਸੀ ਉਹ ਬਹੁਤ ਪੁਰਾਣੀ ਸੀਗੀ, ਜਿਹੜੇ ਮੈਪਸ ਸੀ ਉਹ ਬਹੁਤ ਪੁਰਾਣੇ ਸੀਗੇ, ਇਨਫੋਰਮੇਸ਼ਨ ਇਹਨਾਂ ਕੋਲ ਬਿਲਕੁਲ ਹੀ ਆਊਟਡੇਟਡ ਇਨਫੋਰਮੇਸ਼ਨ ਸੀਗੀ, ਅਤੇ ਉਸ ਬੇਸ 'ਤੇ ਇਹਨਾਂ ਨੇ ਸਾਡੀ ਪਾਰਟੀਸ਼ਨ ਕਰਤੀ, ਠੀਕ ਹੈ ਨਾ। ਤਾਂ ਇਹ ਚੀਜ਼ ਹੈਗੀ ਹੈ। ਤਾਂ ਓਬਵੀਅਸਲੀ ਗੱਲ ਰਿਜ਼ਲਟ ਵੀ ਬਹੁਤ ਅੱਛੇ ਨਹੀਂ ਹੋਣੇ ਸੀਗੇ। ਕਿਵੇਂ ਸਾਨੂੰ ਪਤਾ ਆਰਟੀਫਿਸ਼ੀਅਲ ਜਿਹੜੀ ਪਾਰਟੀਸ਼ਨ ਹੋਈ ਹੈਗੀ, ਤਾਂ ਸਾਡੇ ਉਹ ਸੇਮ ਚੀਜ਼ਾਂ ਉੱਧਰ ਪਾਕਿਸਤਾਨ ਦੇ ਵਿੱਚ ਨੇ, ਪਾਕਿਸਤਾਨ ਦੇ ਸੇਮ ਚੀਜ਼ਾਂ ਇੰਡੀਆ ਦੇ ਵਿੱਚ ਨੇ, ਠੀਕ ਹੈ। ਪੰਜਾਬ ਅਤੇ ਬੰਗਾਲ ਤੁਹਾਨੂੰ ਪਤਾ ਹੈ ਦੋਨੋਂ ਵਰਸਟ ਅਫੈਕਟਡ ਸਟੇਟਸ ਸੀਗੀਆਂ, ਠੀਕ ਹੈ, ਪੂਰੀ ਪਾਰਟੀਸ਼ਨ ਦੇ ਵਿੱਚ। ਹੁਣ ਤੁਹਾਨੂੰ ਪਤਾ ਕਿ 2 ਸਾਈਡ ਤੋਂ ਬਾਊਂਡਰੀ ਜਿਹੜੀ ਡਿਸਾਈਡ ਕਰਨੀ ਸੀਗੀ, ਠੀਕ ਹੈ, 2 ਸਾਈਡ ਤੋਂ ਬਟਵਾਰਾ ਹੋਣਾ ਸੀ, ਇੱਕ ਪੰਜਾਬ ਸਾਈਡ ਤੋਂ, ਇੱਕ ਬੰਗਾਲ ਸਾਈਡ ਤੋਂ। ਤਾਂ ਇਸੇ ਕਰਕੇ ਜਿਹੜੀ ਸਾਇਰਲ ਰੈਡਕਲਿਫ ਕਮਿਸ਼ਨ ਸੀ, ਇਹਦੀਆਂ ਹੋਰ 2 ਮਤਲਬ ਜਿਹੜੇ ਤੁਸੀਂ ਸਬ ਕਮਿਸ਼ਨ ਕਹਿ ਸਕਦੇ ਆਪਾਂ ਕਿ 4 ਮੈਂਬਰ ਬਿਠਾਏ ਗਏ ਸੀ। ਤੁਸੀਂ ਅਗਰ ਉਹ ਮੂਵੀ ਦੇਖੀ ਹੋਣੀ, ਕਿਹੜੀ ਮੂਵੀ ਨਾਮ ਨਹੀਂ ਮੇਰੇ ਯਾਦ ਆ ਰਿਹਾ, ਵਿਦਿਆ ਬਾਲਨ ਵਾਲੀ, ਠੀਕ ਹੈ, ਨਾਮ ਨਹੀਂ ਮੇਰੇ ਯਾਦ ਆ ਰਿਹਾ। ਹਾਂ ਮਤਲਬ ਉਹਦੇ ਵਿੱਚ ਵੀ ਦੇਖੋ ਦਿਖਾਇਆ ਗਿਆ ਕਿ 4 ਬੰਦੇ ਹੁੰਦੇ ਸੀਗੇ। ਇੱਕ ਮੁਸਲਿਮ ਹੁੰਦਾ ਸੀ, ਇੱਕ ਹਿੰਦੂ ਹੁੰਦਾ ਸੀਗਾ। ਉਹ ਐਂਡ ਦੇ ਵਿੱਚ ਆਪਸ ਦੇ ਵਿੱਚ ਲੜ ਵੀ ਪੈਂਦੇ ਹੁੰਦੇ ਸੀ ਹਿੰਦੂ ਮੁਸਲਮਾਨ, ਠੀਕ ਹੈ। ਤਾਂ ਇਹੀ ਚੀਜ਼ ਸੀਗੀ, ਦੋਨੇ ਕਮਿਸ਼ਨਸ ਦੇ ਵਿੱਚ 2 ਮੁਸਲਿਮ ਸੀਗੇ ਅਤੇ 2 ਨਾਨ ਮੁਸਲਿਮ ਸੀਗੇ। ਜਿਵੇਂ ਇੱਥੇ ਆਪਾਂ ਦੇਖੀਏ ਇਹ 2 ਮੁਸਲਿਮਸ ਨੇ, ਇਹ ਨਾਨ ਮੁਸਲਿਮਸ ਨੇ। ਇਹਦੇ ਵਿੱਚ ਵੀ ਦੇਖੋ ਇਹ 2 ਮੁਸਲਿਮਸ ਨੇ, ਇਹ ਨਾਨ ਮੁਸਲਿਮਸ ਨੇ। ਤਾਂ ਦੋਨਾਂ ਕਮਿਸ਼ਨ ਦੇ ਵਿੱਚ ਇਹੀ ਇੱਕ ਰੇਸ਼ੋ ਬਣਾਈ ਗਈ ਸੀਗੀ, ਠੀਕ ਹੈ। ਤਾਂ ਇਹ ਮੈਂਬਰਸ ਵੀ ਦੇਖੋ ਪੰਜਾਬ ਬਾਊਂਡਰੀ ਕਮਿਸ਼ਨ ਦੇ ਐਟਲੀਸਟ ਜ਼ਰੂਰੀ ਨੇ। ਤੁਸੀਂ ਇਹ ਯਾਦ ਕਰਨਾ ਨਹੀਂ ਕਰਨਾ ਤਾਂ ਤੁਹਾਡੀ ਮਰਜ਼ੀ ਹੈ, ਇਹ ਤਾਂ ਜ਼ਰੂਰੀ ਹੈ, ਠੀਕ ਹੈ। ਪੰਜਾਬ ਬਾਊਂਡਰੀ ਕਮਿਸ਼ਨ ਜਿਹੜੇ ਮੈਂਬਰਸ ਨੇ ਕੌਣ, ਇੱਕ ਤਾਂ MCM ਸਾਹਿਬ, ਮੇਹਰ ਚੰਦ ਮਹਾਜਨ, ਤੇਜਾ ਸਿੰਘ, ਦੀਨ ਮੁਹੰਮਦ ਮਨੀਰ। ਦੇਖੋ ਮੁਹੰਮਦ ਤਾਂ ਸੇਮ ਹੋ ਗਿਆ, ਇੱਕ ਚੀਜ਼ ਹੋ ਗਈ, ਠੀਕ ਹੈ। ਇੱਕ MCM DAV ਕਾਲਜ ਹੈ ਸਾਡਾ, MCM DAV ਕਾਲਜ ਚੰਡੀਗੜ੍ਹ ਦੇ ਵਿੱਚ 36 ਦੇ ਵਿੱਚ ਆਈ ਥਿੰਕ, ਹੈ ਨਾ। ਅਤੇ ਤੇਜਾ ਸਿੰਘ ਵੀ ਤੁਸੀਂ ਯਾਦ ਰੱਖ ਸਕਦੇ ਹੋ। ਤਾਂ ਇਹ ਜਿਹੜੇ 4 ਮੈਂਬਰ ਸੀਗੇ ਇਹ ਪੰਜਾਬ ਬਾਊਂਡਰੀ ਕਮਿਸ਼ਨ ਦੇ ਮੈਂਬਰ ਸੀਗੇ। MCM ਬਾਰੇ ਤੁਹਾਨੂੰ ਸ਼ਾਇਦ ਹੋਰ ਵੀ ਪਤਾ ਹੋਵੇ ਕਿ ਇਹ ਜਿਹੜੀ ਅਰਸਟਵਾਈਲ ਜੰਮੂ ਕਸ਼ਮੀਰ ਦੀ ਸਟੇਟ ਸੀਗੀ, ਜਦੋਂ ਕਿ ਮਹਾਰਾਜਾ ਹਰੀ ਸਿੰਘ ਦਾ ਰੂਲ ਸੀਗਾ, ਉਸ ਟਾਈਮ 'ਤੇ ਇਹ JNK ਦੇ ਪ੍ਰਾਈਮ ਮਿਨਿਸਟਰ ਸੀਗੇ, ਠੀਕ ਹੈ, ਜਿਹੜੇ ਮੇਹਰ ਚੰਦ ਮਹਾਜਨ ਸੀ। ਐਂਡ ਆਫਟਰ ਦੈਟ ਹੀ ਵਾਜ਼ ਆਲਸੋ ਚੀਫ ਜਸਟਿਸ ਆਫ ਇੰਡੀਆ। ਇਹ ਸਾਡੇ ਚੀਫ ਜਸਟਿਸ ਆਫ ਇੰਡੀਆ ਵੀ ਰਹਿ ਚੁੱਕੇ ਨੇਗੇ, ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਰਹਿ ਚੁੱਕੇ ਨੇ ਇਹ ਮੇਹਰ ਚੰਦ ਮਹਾਜਨ। ਪਹਿਲਾਂ ਕੀ ਸੀ, ਇਹ JNK ਦੇ ਪ੍ਰਾਈਮ ਮਿਨਿਸਟਰ ਸੀਗੇ। ਮਤਲਬ ਇਹ ਪੇਪਰ 'ਚ ਨਹੀਂ ਆਉਂਦੀਆਂ ਚੀਜ਼ਾਂ, ਮੈਂ ਤੁਹਾਨੂੰ ਸਿਰਫ ਯਾਦ ਕਰਨ ਵਾਸਤੇ ਦੱਸ ਰਿਹਾ ਕਿ ਤੁਹਾਡੇ ਮੇਹਰ ਚੰਦ ਮਹਾਜਨ ਥੋੜ੍ਹਾ ਦਿਮਾਗ 'ਚ ਬੈਠ ਜੇ, ਜਦੋਂ ਉਹਨਾਂ ਦਾ ਥੋੜ੍ਹਾ ਜਿਹਾ ਬਰੀਫ ਜਾਂ ਤੁਹਾਡੇ ਕੋਲ ਬੈਕਗਰਾਊਂਡ ਹੋਵੇ, ਠੀਕ ਹੈ। ਕਿਉਂਕਿ ਇਹ ਜੰਮੂ ਕਸ਼ਮੀਰ ਸਟੇਟ ਦੇ ਪ੍ਰਾਈਮ ਮਿਨਿਸਟਰ ਸੀਗੇ ਜਦੋਂ ਕਿ ਮਹਾਰਾਜਾ ਹਰੀ ਸਿੰਘ ਦਾ ਰਾਜ ਸੀਗਾ ਜੰਮੂ ਕਸ਼ਮੀਰ ਦੇ ਵਿੱਚ। ਅਤੇ ਇਹਨਾਂ ਦਾ ਵੱਡਾ ਰੋਲ ਸੀਗਾ ਜੰਮੂ ਕਸ਼ਮੀਰ ਨੂੰ ਇੰਸਟਰੂਮੈਂਟ ਆਫ ਐਕਸੈਸ਼ਨ ਸਾਈਨ ਕਰਵਾਉਣ ਦੇ ਵਿੱਚ। ਤੁਹਾਨੂੰ ਪਤਾ ਕਿ ਜੰਮੂ ਕਸ਼ਮੀਰ ਆਜ਼ਾਦੀ ਵੇਲੇ ਜਦੋਂ ਸਾਨੂੰ ਆਜ਼ਾਦੀ ਮਿਲ ਗਈ ਸੀ 1947 ਦੇ ਵਿੱਚ, JNK ਵਾਜ਼ ਸਟਿਲ ਨੋਟ ਪਾਰਟ ਆਫ ਇੰਡੀਆ, ਠੀਕ ਹੈ ਨਾ। ਹਾਲੇ JNK ਪਾਰਟ ਨਹੀਂ ਸੀਗਾ, ਅਤੇ ਕਾਫੀ ਦੇਰ ਬਾਅਦ ਆਇਆ ਸੀ, ਲਗਭਗ 1 ਸਾਲ ਬਾਅਦ ਇੰਡੀਆ ਦੇ ਵਿੱਚ ਸ਼ਾਮਿਲ ਹੋਇਆ ਸੀ। ਕਿਵੇਂ ਸ਼ਾਮਿਲ ਹੋਇਆ ਸੀ, ਇੰਸਟਰੂਮੈਂਟ ਆਫ ਐਕਸੈਸ਼ਨ ਕਰਕੇ ਇੱਕ ਡਾਕੂਮੈਂਟ ਸੀਗਾ, ਉਹਨੂੰ ਸਾਈਨ ਕਰਨਾ ਪੈਂਦਾ ਸੀਗਾ, ਠੀਕ ਹੈ ਨਾ। ਤਾਂ ਬਾਕੀ ਇਹ ਪੋਸਟ ਇੰਡੀਪੈਂਡੈਂਸ ਦੇ ਵਿੱਚ ਆ ਜਾਂਦਾ ਸਾਰਾ ਟੌਪਿਕਸ। ਤਾਂ ਸਾਡਾ ਮਾਡਰਨ ਮਤਲਬ ਇੱਥੇ ਆਪਣਾ ਉਹ ਟੌਪਿਕ ਹੈ ਨਹੀਂਗਾ, ਬਸ ਜਸਟ ਤੁਹਾਨੂੰ ਫਿਰ ਅਗੇਨ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਟੋਰੀ ਇਸ ਕਰਕੇ ਦੱਸ ਰਿਹਾ ਕਿ ਯਾਦ ਰਵੇ ਚੀਜ਼ਾਂ, ਠੀਕ ਹੈ। ਤਾਂ ਉਸ ਟਾਈਮ ਰਾਜਾ ਹਰੀ ਸਿੰਘ ਸੀਗੇ, ਠੀਕ ਹੈ, ਜਦੋਂ ਆਪਾਂ ਨੇ ਇੰਸਟਰੂਮੈਂਟ ਆਫ ਐਕਸੈਸ਼ਨ ਸਾਈਨ ਕੀਤਾ। ਤਾਂ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਮੇਹਰ ਚੰਦ ਮਹਾਜਨ ਸੀਗੇ, ਉਹਨਾਂ ਦਾ ਵੱਡਾ ਰੋਲ ਸੀਗਾ ਆਪਣੇ ਰਾਜ ਨੂੰ ਮਨਾਉਣ ਵਾਸਤੇ ਵੀ ਹਾਂ ਸਾਨੂੰ ਸਾਈਨ ਕਰਨਾ ਚਾਹੀਦਾ ਹੈਗਾ ਜਿਹੜਾ ਇੰਸਟਰੂਮੈਂਟ ਆਫ ਐਕਸੈਸ਼ਨ ਹੈ, ਠੀਕ ਹੈ। ਚਲੋ ਜੀ ਤੁਸੀਂ ਇਹ ਯਾਦ ਕਰਨੇ ਕਰ ਲਿਓ, ਠੀਕ ਹੈ, ਇਹ ਤਾਂ ਇੰਪੋਰਟੈਂਟ ਹੈ। ਬਾਕੀ ਇਹ ਸੀ ਸਾਡੀ ਬਾਊਂਡਰੀ ਕਮਿਸ਼ਨ। ਹੁਣ ਥੋੜ੍ਹਾ ਜਿਹਾ ਇੱਕ ਮਿਸਲੇਨੀਅਸ ਪੁਆਇੰਟਸ ਦੇਖ ਲੈਂਦੇ ਹਾਂ, ਬਿਕਾਜ਼ ਦੇਖੋ ਬੁੱਕ ਵਿੱਚ ਪੜ੍ਹੋਗੇ ਤੁਸੀਂ ਇਹ ਚੀਜ਼ਾਂ ਬਹੁਤ ਕਨਫਿਊਜ਼ਿੰਗ ਨਹੀਂ ਗੀਆਂ। ਤੁਸੀਂ ਬ੍ਰੇਕਡਾਊਨ ਪਲਾਨ ਨੂੰ ਵੇਵਲ ਪਲਾਨ ਨਾਲ ਕਨਫਿਊਜ਼ ਕਰ ਸਕਦੇ ਹੋ। ਵੇਵਲ ਪਲਾਨ ਕਿਹੜਾ ਸੀਗਾ, ਜਿਹੜਾ ਅਸੀਂ ਦੇਖਿਆ ਸੀ ਵੀ ਕਾਂਗਰਸ ਅਤੇ ਮੁਸਲਿਮ ਲੀਗ ਦੇ ਵਿੱਚ ਜਿਹੜੀ ਸ਼ੇਅਰਿੰਗ ਸੀ ਉਹਨੂੰ ਡਿਸਾਈਡ ਕਰਨਾ ਸੀਗਾ, ਜਿਹੜਾ ਕਿਸੇ ਦੇਸਾਈ ਲਿਆਕਤ ਪੈਕਟ ਤੋਂ ਬਾਅਦ ਪੜ੍ਹਿਆ ਸੀ। ਦੇਸਾਈ ਲਿਆਕਤ ਪੈਕਟ ਤੋਂ ਬਾਅਦ ਜਿਹੜਾ ਪੜ੍ਹਿਆ ਸੀ ਵੇਵਲ ਪਲਾਨ, ਇਹ ਉਹ ਸੀਗਾ। ਹੁਣ ਕੁਛ ਇਹ ਬ੍ਰੇਕਡਾਊਨ ਪਲਾਨ ਹੈ, ਇਹ ਬਿਲਕੁਲ ਡਿਫਰੈਂਟ ਚੀਜ਼ ਹੈ, ਠੀਕ ਹੈ ਨਾ। ਤਾਂ ਇਸ ਨਾਲ ਇਹਨੂੰ ਕਨਫਿਊਜ਼ ਨਹੀਂ ਕਰਨਾ, ਮੈਂ ਇਸੇ ਲਈ ਇਹਨੂੰ ਬਿਲਕੁਲ ਡਾਊਨਗ੍ਰੇਡ ਕਰਕੇ ਬਿਲਕੁਲ ਹੀ ਲੋ ਪ੍ਰੋਫਾਈਲ ਰੱਖ ਕੇ ਤੁਹਾਨੂੰ ਪੜ੍ਹਾ ਰਿਹਾ, ਬਿਕਾਜ਼ ਇਹ ਇੰਪੋਰਟੈਂਟ ਨਹੀਂ ਹੈ ਜ਼ਿਆਦਾ, ਬਟ ਫਿਰ ਵੀ ਕਦੇ ਨਾ ਕਦੇ ਤੁਸੀਂ ਪੜ੍ਹੋਗੇ ਤਾਂ ਤੁਸੀਂ ਕਨਫਿਊਜ਼ ਨਾ ਹੋਵੋ ਵੀ ਇਹ ਕਿਹੜਾ ਪਲਾਨ ਆ ਗਿਆ। ਸਿਰਫ ਉਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਇਹ 2 ਐਸੇ ਪਲਾਨ ਨੇ ਜਿਹੜੇ ਕਿ ਮਤਲਬ ਬਿਲਕੁਲ ਲਾਸਟ ਈਅਰ ਦੇ ਵਿੱਚ, ਜਦੋਂ ਮੈਂ ਤੁਹਾਨੂੰ ਦੱਸਿਆ ਵੀ
ਅਸੈਂਬਲੀ ਵਗੈਰਾ ਸੈਟਅਪ ਹੋ ਗਈ, ਤੁਸੀਂ ਮੰਨ ਲਓ 1947 ਦੇ ਵਿੱਚ ਹੀ, ਠੀਕ ਹੈ, ਜਾਂ 1940 ਦੇ ਲਾਸਟ ਦੇ ਵਿੱਚ, ਕਿ ਜਦੋਂ ਡਿਸਾਈਡ ਕਰਨਾ ਸੀ ਕਿ ਹੁਣ ਅਸੀਂ ਜਿਹੜੀ ਪਾਵਰ ਟਰਾਂਸਫਰ ਹੈ ਇੰਡੀਆ ਨੂੰ ਕਿਵੇਂ ਦਈਏ, ਠੀਕ ਹੈ, ਤਾਂ ਉਸ ਦੇ ਕੁਝ ਪਲਾਨ ਨੇਗੇ ਵੀ ਕਿਵੇਂ ਦਿੱਤੀ ਜਾਵੇ। ਜਿਹੜਾ ਬ੍ਰੇਕਡਾਊਨ ਪਲਾਨ ਸੀ ਉਹ ਤਾਂ ਕਹਿ ਰਿਹਾ ਸੀ, ਕਹਿੰਦਾ ਵੀ ਸਾਊਥ ਤੋਂ ਲੈ ਕੇ, ਅਸੀਂ ਹੁਣ ਯਾਦ ਨਹੀਂ ਕਰਨਾ ਤੁਸੀਂ ਇਹ ਚੀਜ਼, ਠੀਕ ਹੈ, ਮੈਂ ਜਸਟ ਤੁਹਾਨੂੰ ਦੱਸ ਰਿਹਾ ਤਾਂ ਕਿ ਤੁਸੀਂ ਸਮਝ ਜਾਓ। ਇਹ ਕਹਿੰਦਾ ਸੀ ਵੀ ਸਾਊਥ ਤੋਂ ਅਸੀਂ ਇੰਡੀਪੈਂਡੈਂਸ ਦੇਣਾ ਸਟਾਰਟ ਕਰਦੇ ਹਾਂ, ਹੌਲੀ ਸਾਰੇ ਦੇਸ਼ ਨੂੰ ਦੇ ਦਿੰਦੇ ਹਾਂ, ਠੀਕ ਹੈ ਨਾ। ਤਾਂ ਇਹ ਬਿਲਕੁਲ ਹੀ ਰਿਜੈਕਟ ਕਰ ਦਿੱਤੀ ਗਈ ਸਾਡੇ ਇੰਡੀਅਨ ਲੀਡਰਸ ਨੇ ਵੀ ਇੱਦਾਂ ਨਹੀਂ ਹੋ ਸਕਦਾ। ਜਿਹੜਾ ਪਲਾਨ ਬਲਕਾਨ ਸੀਗਾ ਇਹ ਕਿਹਨੇ ਦਿੱਤਾ ਸੀ? ਇਹ ਮਾਊਂਟ ਬੈਟਨ ਨੇ ਦਿੱਤਾ ਸੀ। ਇਹਨੂੰ ਡਿੱਕੀ ਬਰਡ ਪਲਾਨ ਵੀ ਕਹਿੰਦੇ ਨੇ, ਡਿੱਕੀ ਬਰਡ ਪਲਾਨ, ਠੀਕ ਹੈ। ਇਸ ਮਾਊਂਟ ਬੈਟਨ ਨੂੰ ਇਹ ਪਲਾਨ ਮਾਊਂਟ ਬੈਟਨ ਨੇ ਦਿੱਤਾ ਸੀ। ਹੁਣ ਤੁਸੀਂ ਇਹਨੂੰ ਵੀ ਮਾਊਂਟ ਬੈਟਨ ਪਲਾਨ ਨਾਲ ਕਨਫਿਊਜ਼ ਨਹੀਂ ਕਰਨਾ ਹੈਗਾ, ਉਹ ਬਿਲਕੁਲ ਡਿਫਰੈਂਟ ਚੀਜ਼ ਸੀਗੀ ਮਾਊਂਟ ਬੈਟਨ ਪਲਾਨ, ਠੀਕ ਹੈ। ਤਾਂ ਹੀ ਮੈਂ ਬਿਲਕੁਲ ਇਹਨਾਂ ਨੂੰ ਲੋ ਪ੍ਰੋਫਾਈਲ ਰੱਖ ਕੇ ਪੜ੍ਹਾ ਰਿਹਾ, ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ। ਜਿਹੜੇ ਵੇਵਲ ਪਲਾਨ ਤੇ ਮਾਊਂਟ ਬੈਟਨ ਪਲਾਨ ਸੀ ਇਹ ਇੰਪੋਰਟੈਂਟ ਨੇ, ਤੁਸੀਂ ਇਹ ਯਾਦ ਰੱਖਣੇ ਨੇ, ਠੀਕ ਹੈ ਨਾ। ਤੁਸੀਂ ਬਸ ਇਹ ਕਿਤੇ ਜਦੋਂ ਪੜ੍ਹੋਗੇ ਤਾਂ ਕਨਫਿਊਜ਼ ਨਹੀਂ ਹੋਣਾ ਇਸ ਚੀਜ਼ ਤੋਂ। ਇਹ ਸਿੰਪਲੀ ਦੋਨੋਂ ਪਲਾਨ ਪਾਵਰ ਟਰਾਂਸਫਰ ਵਾਸਤੇ ਨੇ, ਵੀ ਇੰਡੀਆ ਨੂੰ ਪਾਵਰ ਟਰਾਂਸਫਰ ਕਿਵੇਂ ਕੀਤੀ ਜਾਵੇ। ਜਿਹੜਾ ਪਲਾਨ ਬਲਕਾਨ ਸੀ ਉਹ ਕੀ ਕਹਿੰਦਾ ਸੀ ਵੀ ਇੱਕੋ ਦਮ ਸਾਰੇ ਇੰਡੀਆ ਨੂੰ ਇੰਡੀਪੈਂਡੈਂਸ ਦੇ ਦਿਓ, ਆਪ ਹੀ ਦੇਖ ਲੈਣਗੇ ਸਾਰੇ ਰਾਜੇ ਰੂਜੇ ਆਪ ਹੀ ਦੇਖ ਲੈਣਗੇ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਉਹਨਾਂ ਨੇ ਇੰਡੀਆ ਦੇ ਵਿੱਚ ਆਉਣਾ ਹੈ, ਪਾਕਿਸਤਾਨ ਦੇ ਵਿੱਚ ਜਾਣਾ ਹੈ, ਕਿਵੇਂ ਕਰਨਾ ਆਪ ਹੀ ਦੇਖ ਲੈਣਗੇ, ਇੱਕੋ ਦਮ ਸਾਰਿਆਂ ਨੂੰ ਛੱਡ ਦਿਓ। ਤਾਂ ਓਬਵੀਅਸ ਜੀ ਗੱਲ ਹੈ, ਬਿਲਕੁਲ ਹੀ ਫੁਲਿਸ਼ ਜਿਹਾ ਪਲਾਨ ਸੀ ਇਹ, ਠੀਕ ਹੈ ਨਾ। ਫੁਲਿਸ਼ ਪਲਾਨ ਸੀ ਤੇ ਇਹ ਵੀ ਡਿਸਕਾਰਡ ਕਰ ਦਿੱਤਾ ਗਿਆ ਸੀ, ਦੋਨੇ ਪਲਾਨ ਡਿਸਕਾਰਡ ਕਰ ਦਿੱਤੇ ਗਏ ਸੀਗੇ। ਐਟ ਦਾ ਐਂਡ ਅਸੀਂ ਕੀ ਡਿਸਾਈਡ ਕੀਤਾ? ਉਹੀ ਚੀਜ਼ ਵੀ ਅਸੀਂ 1947 ਤੋਂ ਕੁਝ ਟਾਈਮ ਲਈ ਅਸੀਂ ਡੋਮੀਨੀਅਨ ਰਹਾਂਗੇ ਕਿ ਹਲੇ ਵੀ ਅਸੀਂ ਇੰਗਲੈਂਡ ਦਾ ਡੋਮੀਨੀਅਨ ਆ, ਤੇ ਜਦੋਂ ਤੱਕ ਸਾਡਾ ਕੌਨਸਟੀਟਿਊਸ਼ਨ ਨਹੀਂ ਬਣ ਜਾਂਦਾ ਤਾਂ ਅਸੀਂ ਫਾਈਨਲੀ ਇਹ ਜਿਹੜਾ ਮਾਡਲ ਹੈ ਉਹ ਡਿਸਾਈਡ ਕੀਤਾ। ਇਹ ਸਾਰੇ ਮਾਡਲ ਅਸੀਂ ਖਾਰਿਜ ਕਰਤੇ। ਬਸ ਤੁਸੀਂ ਇਹ ਮੈਂ ਤੁਹਾਨੂੰ ਤਾਂ ਹੀ ਪੜ੍ਹਾਇਆ, ਵਾਰ-ਵਾਰ ਕਹਿ ਰਿਹਾ ਵੀ ਤੁਸੀਂ ਇਹਨਾਂ ਪਲਾਨਸ ਨਾਲ ਕਨਫਿਊਜ਼ ਨਾ ਕਰ ਲਓ। ਜਦੋਂ ਤੁਸੀਂ ਕਿਸੇ ਨੈਕਸਟ ਟਾਈਮ ਕਿਤੇ ਬੁੱਕ ਵਿੱਚ ਪੜ੍ਹੋਗੇ ਤਾਂ ਤੁਹਾਨੂੰ ਪਤਾ ਹੋਊਗਾ ਕਿ ਇਹ ਡਿਫਰੈਂਟ ਚੀਜ਼ਾਂ ਨੇਗੀਆਂ, ਠੀਕ ਹੈ। ਹੁਣ ਇਹ ਹੈਗੀ ਨੇ, ਇਹ ਪਤਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ, ਠੀਕ ਹੈ ਨਾ। ਇਹ ਪਤਾ ਨਹੀਂ ਹੋਏਗਾ ਤਾਂ ਵੀ ਚੱਲ ਜੂਗਾ, ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ ਜੀ। ਇਹ ਸਾਰਾ ਸੀਗਾ ਦੇਖੋ ਸਾਡਾ ਇੰਡੀਪੈਂਡੈਂਸ ਤੇ ਪਾਰਟੀਸ਼ਨ ਦਾ ਸਿਸਟਮ। ਹੁਣ ਦੇਖੋ ਮੈਨੂੰ ਜ਼ਿਆਦਾ ਇੰਡੀਪੈਂਡੈਂਸ 'ਤੇ ਇਸ ਕਰਕੇ ਨਹੀਂ ਜ਼ੋਰ ਦਿੱਤਾ ਕਿਉਂਕਿ ਉਹ ਚੀਜ਼ਾਂ ਸਾਨੂੰ ਪਤਾ ਨਹੀਂ ਗੀਆਂ, ਠੀਕ ਹੈ। ਵੀ 15 ਅਗਸਤ ਨੂੰ ਸਾਨੂੰ ਆਜ਼ਾਦੀ ਮਿਲੀ, ਇਹ ਸੋ ਸਭ, ਤਾਂ ਉਹ ਚੀਜ਼ਾਂ ਦੇਖੋ ਪੇਪਰ ਦੇ ਵਿੱਚ ਆਉਂਦੀਆਂ ਵੀ ਨਹੀਂ ਹੈਗੀਆਂ ਤੇ ਸਾਨੂੰ ਪਤਾ ਵੀ ਹੈਗੀਆਂ ਨੇ, ਤਾਂ ਕੋਈ ਮੈਂ ਉਹਦੇ ਵਿੱਚ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹੈਗੀ। ਮੈਂ ਸਿਰਫ ਉਹ ਚੀਜ਼ਾਂ ਪੜ੍ਹਾਈਆਂ ਨੇ ਤੁਹਾਨੂੰ ਜਿਹੜੀਆਂ ਕਿ ਪੇਪਰ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ, ਠੀਕ ਹੈ। ਤਾਂ ਅਸੀਂ ਟਾਈਮ ਖਰਾਬ ਨਹੀਂ ਕੀਤਾ ਹੈਗਾ, ਠੀਕ ਹੈ ਜੀ। ਹੁਣ ਆਜ਼ਾਦੀ ਮਿਲ ਗਈ। ਹੁਣ ਅਸੀਂ ਦੇਖੋ ਜੇ ਅਸੀਂ ਥੋੜ੍ਹਾ ਜਿਹਾ ਸਾਰੇ ਕੋਰਸ ਦਾ ਰਿਵਿਊ ਕਰੀਏ ਤਾਂ ਅਸੀਂ 1498 ਤੋਂ ਸਟਾਰਟ ਹੋਏ ਸੀਗੇ, ਠੀਕ ਹੈ, ਅਤੇ ਅੱਜ 1947 ਦੇ ਵਿੱਚ ਬੈਠੇ ਹਾਂ ਅਸੀਂ, ਠੀਕ ਹੈ। ਅਸੀਂ ਯੂਰਪੀਅਨਸ ਦਾ ਐਡਵੈਂਟ ਦੇਖ ਲਿਆ ਸੀ, ਉਹਨਾਂ ਦਾ ਜਿਹੜਾ ਐਕਸਪੈਂਸ਼ਨ ਦੇਖ ਲਈ ਸੀ, ਰਿਵੋਲਟ ਦੇਖ ਲਿਆ ਸੀ 1857 ਦਾ, ਕਾਂਗਰਸ ਨੂੰ ਇਸਟੈਬਲਿਸ਼ ਕਰਵਾਤਾ ਸੀ, ਸੂਰਤ ਦਾ ਸਪਲਿਟ ਕਰਵਾਤਾ ਸੀ, ਲਖਨਊ ਦੇ ਵਿੱਚ ਮਰਜਰ ਕਰਵਾਤਾ ਸੀ, ਰੀਯੂਨੀਅਨ ਕਰਵਾਤੀ ਸੀ, NCM ਕਰਵਾਤੀ ਸੀ, ਸਵਰਾਜਿਸਟ ਆਈ ਸੀ ਸਾਡੇ, CDM ਆ ਗਈ ਸੀ ਸਾਡੀ, ਠੀਕ ਹੈ। ਉਸ ਤੋਂ ਬਾਅਦ 'ਚ ਫਿਰ 1937 ਦੇ ਇਲੈਕਸ਼ਨ ਆ ਗਏ ਸੀ, ਫਿਰ ਸਾਡੀ ਕੁਇਟ ਇੰਡੀਆ ਮੂਵਮੈਂਟ ਆ ਗਈ ਸੀ, ਫਿਰ ਸਾਡੀ INA ਆ ਗਈ ਸੀ, ਠੀਕ ਹੈ। ਇਹ ਸਾਰੀਆਂ ਚੀਜ਼ਾਂ। ਉਸ ਤੋਂ ਬਾਅਦ 'ਚ ਕ੍ਰਿਪਸ ਮਿਸ਼ਨ ਆ ਗਿਆ ਸੀ ਸਾਡਾ, ਅਤੇ ਕੈਬਨਿਟ ਮਿਸ਼ਨ ਵੀ ਆ ਗਿਆ ਸੀ। ਫਿਰ ਸਾਡਾ ਕੈਬਨਿਟ ਮਿਸ਼ਨ ਨੇ ਕੀ ਕਿਹਾ ਸੀ ਵੀ ਅਸੈਂਬਲੀ ਹੋਣੀ ਚਾਹੀਦੀ ਹੈ, ਠੀਕ ਹੈ। ਹੋਰ ਕੀ ਕਿਹਾ ਸੀ, ਇੰਟਰਿਮ ਗਵਰਨਮੈਂਟ ਹੋਣੀ ਚਾਹੀਦੀ ਹੈ। ਫਿਰ ਅਸੀਂ ਆਜ਼ਾਦੀ ਵੀ ਲੈ ਲਈ ਸੀ, ਠੀਕ ਹੈ, ਵਿਦ ਟਾਈਮ। ਤਾਂ ਇਹ ਸਾਰਾ ਕੁਛ ਅਸੀਂ ਕੀਤਾ ਇਸ ਪੂਰੇ ਮਾਡਰਨ ਹਿਸਟਰੀ ਦੇ ਸੈਸ਼ਨ ਦੇ ਵਿੱਚ, ਚੈਪਟਰ ਦੇ ਵਿੱਚ। ਹੁਣ ਦੇਖੋ ਕੁਛ ਚੀਜ਼ਾਂ ਐਸੀਆਂ ਰਹਿ ਗਈਆਂ ਨੇਗੀਆਂ ਵਿੱਚ, ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਕਿ ਗਵਰਨਮੈਂਟ ਆਫ ਇੰਡੀਆ ਐਕਟ 1919, ਗਵਰਨਮੈਂਟ ਆਫ ਇੰਡੀਆ ਐਕਟ 1935, ਇਹ ਕੁਛ ਐਸੀਆਂ ਚੀਜ਼ਾਂ ਨੇ, ਕੁਛ ਐਸੇ ਚੈਪਟਰਸ ਨੇ ਜਿਹੜੇ ਕਿ ਹੁਣ ਅਸੀਂ ਕਰਾਂਗੇ, ਠੀਕ ਹੈ। ਇਹ ਚੈਪਟਰ ਦਾ ਨਾਮ ਹੋਏਗਾ ਕੌਨਸਟੀਟਿਊਸ਼ਨਲ ਡਿਵੈਲਪਮੈਂਟਸ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਇੰਪੋਰਟੈਂਟ ਚੈਪਟਰ ਬਣੇਗਾ ਕਾਫੀ, ਠੀਕ ਹੈ। ਹੋਰ ਸਾਡੇ ਕਿਹੜੇ ਚੈਪਟਰਸ ਨੇ? ਇੱਕ ਗਵਰਨਰ ਜਨਰਲਸ ਬਾਰੇ ਪੜ੍ਹਾਂਗੇ ਆਪਾਂ, ਕਿ ਸਾਰੇ ਦੇ ਸਾਰੇ ਗਵਰਨਰ ਜਨਰਲਸ ਇੱਕ ਵਾਰ ਦੇ ਵਿੱਚ ਪੜ੍ਹ ਲਾਂਗੇ ਆਪਾਂ, ਅਤੇ ਪਲੱਸ ਵਾਇਸਰੋਇਸ, ਠੀਕ ਹੈ। ਬਾਕੀ ਅਸੀਂ ਪੜ੍ਹਾਂਗੇ ਐਜੂਕੇਸ਼ਨਲ ਰਿਫੋਰਮਸ, ਸਾਰੇ ਬ੍ਰਿਟਿਸ਼ਰਸ ਦੇ ਟਾਈਮ ਦੇ ਉੱਪਰ ਕੀ ਐਜੂਕੇਸ਼ਨਲ ਰਿਫੋਰਮਸ ਆਏ, ਠੀਕ ਹੈ। ਤਾਂ ਮਤਲਬ ਇਹੀ ਚੀਜ਼ਾਂ। ਬਾਕੀ ਰਿਵੋਲਟਸ ਪੜ੍ਹਾਂਗੇ, ਕੁਛ ਇੰਪੋਰਟੈਂਟ ਰਿਵੋਲਟਸ ਨੇਗੇ, ਠੀਕ ਹੈ। ਕਾਂਗਰਸ ਦੇ ਸੈਸ਼ਨਸ ਪੜ੍ਹਾਂਗੇ ਆਪਾਂ, ਇੰਪੋਰਟੈਂਟ। ਤਾਂ ਹੁਣ ਇਹ ਸਾਰੇ ਮਤਲਬ ਸਾਡੇ ਫਰਿੰਜ ਟੌਪਿਕਸ ਰਹਿ ਗਏ ਜਿਹੜੇ ਕਿ ਮਿਸਲੇਨੀਅਸ ਟੌਪਿਕ ਦੇ ਵਿੱਚ ਮੈਂ ਗਿਣੂੰਗਾ ਇਹਨਾਂ ਨੂੰ, ਠੀਕ ਹੈ। ਸਾਡਾ ਕੋਰ ਜਿਹੜਾ ਸਿਲੇਬਸ ਸੀ ਉਹ ਮਾਡਰਨ ਹਿਸਟਰੀ ਦਾ ਆਲਮੋਸਟ ਕੰਪਲੀਟ ਹੋ ਗਿਆ, ਠੀਕ ਹੈ। ਹੁਣ ਜਿਹੜੀ ਵੀ ਚੀਜ਼ਾਂ ਰਹਿ ਗਈਆਂ ਸੀ ਸਾਡੀਆਂ, ਸਕਿਪ ਕੀਤੀਆਂ ਸੀ, ਉਹ ਹੁਣ ਸਾਡੇ ਇਹਨਾਂ ਸਾਰੇ ਜਿਹੜੇ ਟੌਪਿਕਸ ਨੇ ਉਹਨਾਂ ਦੇ ਵਿੱਚ ਕਵਰ ਹੋਣਗੀਆਂ, ਠੀਕ ਹੈ ਜੀ। ਦੈਨ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਕੀਪ ਸਟੱਡਿੰਗ ਟਿਲ ਦੈਨ, ਠੀਕ ਹੈ। ਓਕੇ ਬਾਏ।